ਗੁਰੂ ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਓ ਗੁਰੂ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਸ਼੍ਰੀ ਹਰਿਗੋਬਿੰਦ ਸੁਮਤ ਪਰਗਾਸਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਦੋਹਰਾ ਅਹੈ ਚੌਧਰੀ ਦਾਨਿਸ਼ ਬੰਦਾ ਹਮਰੇ ਹਿਤ ਕੀ ਨੀਤ ਬਨੰਦਾ ਇਮ ਕੈ ਬਾਗ ਤੁਰੰਗਮ ਫੇਰੀ ਚਲਿਓ ਸ਼ੀਘਰ ਕਰ ਸਭ ਕੋ ਪ੍ਰੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ ਜਿਸ ਵੇਲੇ ਸ੍ਰੀ ਮੁਕਤਸਰ ਸਾਹਿਬ ਦਾ ਜੰਗ ਸਮਾਪਤ ਹੋ ਗਿਆ, ਖਿਦਰਾਣੇ ਦੀ ਢਾਬ ਦਾ ਜੰਗ ਸਮਾਪਤ ਹੋ ਗਿਆ, ਤਾਂ ਉਸ ਤੋਂ ਬਾਅਦ ਵਜੀਦੇ ਨੇ ਆਪਣੇ ਨਾਲ ਲਿਆਂਦੇ ਚੌਧਰੀ ਕਪੂਰੇ ਤੋਂ ਪੁੱਛਿਆ ਪਾਣੀ ਕਿੱਥੇ ਮਿਲੇਗਾ, ਅਤੇ ਕਪੂਰੇ ਨੇ ਕਹਿੰਦੇ ਉੱਥੇ ਕਿਹਾ ਕਿ ਪਾਣੀ ਜੇ ਤਾਂ ਸਿੰਘਾਂਵੰਨੀ ਨੂੰ ਜਾਈਏ ਤਾਂ 3 ਕੋਹ 'ਤੇ ਮਿਲ ਸਕਦਾ ਹੈ, ਜੇ ਪਿੱਛੇ ਜਾਈਏ ਤਾਂ 10 ਕੋਹ 'ਤੇ ਹੈ। ਇਸ ਕਰਕੇ ਤੁਹਾਨੂੰ ਪਿੱਛੇ ਜਾਣਾ ਹੀ ਠੀਕ ਹੈ, ਅੱਗੇ ਤੁਸੀਂ ਵੱਧ ਨਹੀਂ ਸਕਦੇ, ਕੀ ਪਤਾ ਹੋਰ ਸਿੰਘ ਬੈਠੇ ਹੋਣ। ਅਤੇ ਫਿਰ ਕਹਿਣ ਲੱਗਿਆ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਹੈ ਮ੍ਰਿਤਕ ਸਰੀਰ ਲੱਭਣਾ। ਅਤੇ ਚੌਧਰੀ ਕਪੂਰਾ ਕਹਿਣ ਲੱਗਿਆ ਕਿੱਥੇ ਲੱਭੋਗੇ, 10 ਕੋਹ ਦੇ ਵਿੱਚ ਲਾਸ਼ਾਂ ਖਿੰਡੀਆਂ ਪਈਆਂ ਨੇ। ਫਿਰ ਕਹਿੰਦਾ ਜਿਹੜੇ ਮੁਰਦੇ ਹਨ ਸਾਡੇ ਮ੍ਰਿਤਕ, ਇਹਨਾਂ ਦੇ ਵਿੱਚ ਜਰਨੈਲ ਹੈ ਜਿਹੜੇ ਉਹਨਾਂ ਨੂੰ ਦਫਨਾਉਣਾ ਹੈ। ਕਪੂਰਾ ਕਹਿੰਦਾ ਉਹਨੂੰ ਦਫਨਾਉਂਦੇ ਦਫਨਾਉਂਦੇ ਤੁਸੀਂ ਆ ਜਿਹੜੇ ਜਿਉਂਦੇ ਆ ਫੌਜੀ ਝਾਏ ਮਰ ਜਾਣਗੇ, ਇਹਨਾਂ ਨੂੰ ਮਾਰ ਲਓਗੇ। ਮੇਰਾ ਤਾਂ ਇਹ ਸਲਾਹ ਹੈ ਕਿ ਤੁਸੀਂ ਚਲੇ ਜਾਓ, ਤੁਸੀਂ ਬਹੁਤ ਵਧੀਆ ਜੰਗ ਜਿੱਤ ਲਈ ਹੈ ਅੱਜ, ਅਤੇ ਤੁਸੀਂ ਇਹ ਜੰਗ ਨੂੰ ਬਿਗਲ ਵਜਾਉਂਦੇ ਹੋਏ ਵਾਪਸ ਚਲੇ ਜਾਓ, ਅਤੇ ਜਿਹੜੇ ਧਿਆਏ ਫੌਜੀ ਆ ਇਹਨਾਂ ਨੂੰ ਪਾਣੀ ਦਬਾਓ ਕਿਤੋਂ, ਨਹੀਂ ਭੁੱਖੇ ਧਿਆਏ ਮਰ ਜਾਣਗੇ ਇਹ। ਤਾਂ ਵਜੀਦਾ ਕਹਿਣ ਲੱਗਿਆ ਚੱਲ ਠੀਕ ਹੈ, ਚੌਧਰੀ ਕਪੂਰਾ ਵੀ ਸਾਡੇ ਪੱਖ ਦੀ ਗੱਲ ਕਰਦਾ, ਗੱਲ ਸਹੀ ਹੈ ਇਹਦੀ, ਮੁਰਦਿਆਂ ਪਿੱਛੇ ਹੁਣ ਜਿਉਂਦੇ ਕਾਹਨੂੰ ਮਾਰਨੇ ਆ। ਤਾਂ ਉੱਥੋਂ ਫਿਰ ਜਿਹੜਾ ਵਜੀਦਾ ਆਪਣੇ ਘੋੜੇ ਦੀਆਂ ਬਾਗਾਂ ਖਿੱਚਦਾ ਹੈ ਔਰ ਖਿਦਰਾਣੇ ਦੀ ਢਾਬ ਤੋਂ ਪੁੱਠਾ ਮੁੜਦਾ ਹੈ। ਬਚੀ ਹੋਈ ਫੌਜ ਨੂੰ ਵੀ ਅੱਗੇ ਚੱਲਣ ਵਾਸਤੇ ਕਹਿੰਦਾ, ਕਿੱਧਰ ਨੂੰ ਜਾਂਦਾ ਹੈ, ਅੱਗੇ ਕੀ ਹੋਇਆ, ਇਹ ਵਿਚਾਰਾ ਹੁਣ ਆਪਾਂ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ, ਆਖੋ ਜੀ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਹੇ ਚੌਧਰੀ ਦਾਨਿਸ਼ ਬੰਦਾ, ਹਮਰੇ ਹਿਤ ਕੀ ਨੀਤ ਬਨੰਦਾ। ਤਾਂ ਨਵਾਬ ਵਜੀਦ ਖਾਨ ਕਹਿਣ ਲੱਗਿਆ ਕਿ ਵਾਕਿਆ ਕਪੂਰਾ ਠੀਕ ਕਹਿੰਦਾ ਹੈ, ਚੌਧਰੀ ਠੀਕ ਕਹਿੰਦਾ ਹੈ, ਸਾਡੇ ਹਿੱਤ ਦੀ ਗੱਲ ਕਰਦਾ ਹੈ, ਵਾਕਿਆ ਗੱਲ ਇਹਦੀ ਸਹੀ ਆ। ਹੁਣ ਮੁਰਦਿਆਂ ਨੂੰ ਨੱਪਦੇ ਨੱਪਦੇ ਇੱਥੇ ਟਾਈਮ ਲੱਗ ਜਾਣਾ ਤੇ ਜਿਹੜੇ ਜਿਉਂਦੇ ਆ ਇਹ ਵੀ ਮਰ ਜਾਣਗੇ। ਚਲੋ ਚੱਲੀਏ। ਚਲਿਓ ਸ਼ੀਘਰ ਕਰ ਸਭ ਕੋ ਪ੍ਰੇਰੀ। ਇਹਨਾਂ ਕਹਿ ਕੇ ਇਸਨੇ ਆਪਣਾ ਘੋੜਾ ਮੋੜਿਆ ਹੈ ਤੇ ਬਾਕੀ ਫੌਜ ਨੂੰ ਕਹਿੰਦਾ ਚਲੋ ਚੱਲੀਏ। ਨਿਤ ਤੋ ਤਜੇ ਉਤੇ ਸਠੋਰਾ, ਕਾਇਲ ਕੋ ਪੀ ਛੋਰਤ ਦੌਰਾ। ਕਹਿਣ ਲੱਗੇ ਇਹਨਾਂ ਨੇ ਮ੍ਰਿਤਕ ਤਾਂ ਛੱਡੇ ਜਿਹੜੇ ਜ਼ਖਮੀ ਸੀ ਉਹ ਵੀ ਨਾ ਚੱਕੇ। ਕਾਲੀ ਕਾਲੀ ਦੇ ਵਿੱਚ ਜਿਹੜੇ ਇਹਨਾਂ ਦੇ ਕੁਝ ਫੌਜੀ ਜ਼ਖਮੀ ਸੀ ਬਚਾਏ ਜਾ ਸਕਦੇ ਸੀਗੇ, ਦਾਰੂ ਦਵਾ ਕਰਕੇ ਉਹਨਾਂ ਨੂੰ ਵੀ ਉੱਥੇ ਤੜਫਦੇ ਛੱਡ ਕੇ ਚਲੇ ਗਏ ਜੀ। ਬਿਨ ਜਲ ਤੇ ਤਰਫਤ ਬਹੁਮਾਰੇ, ਬਿਨ ਸਮਰਥ ਰਨ ਥਲ ਤੇ ਜੇ ਪਰੇ। ਔਰ ਜਿਹੜੇ ਇਹ ਜੰਗ ਦੇ ਮੈਦਾਨ ਵਿੱਚ ਕੋਈ ਜ਼ਖਮੀ ਹੋਏ ਡਿੱਗੇ ਪਏ ਸੀਗੇ, ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ, ਪਿਆਸ ਦੀ ਤਾਬ ਨਾ ਝੱਲਦੇ ਹੋਏ ਅਖੀਰ ਇਹ ਵੀ ਪ੍ਰਾਣ ਤਿਆਗ ਗਏ। ਹਰ ਕਤਰੇ ਦੇ ਵਿਚਾਰਤ ਜਾਤਾ, ਅਬ ਕੇ ਸ਼੍ਰੀ ਗੁਰ ਕੀ ਨਸਕਾਤਾ। ਔਰ ਵਜੀਦ ਖਾਨ ਬੜਾ ਖੁਸ਼ ਹੈ ਕਿ ਹੁਣ ਮੈਂ ਗੁਰੂ ਗੋਬਿੰਦ ਸਿੰਘ ਨੂੰ ਮਾਰ ਲਿਆ। ਇਹਨਾਂ 'ਚ ਕਿਤੇ ਨਾ ਕਿਤੇ ਮਰ ਗਿਆ ਹੋਵੇਗਾ, ਠੀਕ ਹੈ, ਸਾਨੂੰ ਲਾਸ਼ ਨਹੀਂ ਲੱਭੀ ਉਹਨਾਂ ਦੀ, ਕੋਸ਼ਿਸ਼ ਵੀ ਨਹੀਂ ਕੀਤੀ, ਪਰ ਉਹ ਜ਼ਰੂਰ ਮਰ ਗਿਆ ਐਤਕੀ। ਜਿਨ ਦਾ ਕੋ ਲਸ਼ਕਰ ਚੜਵਾਏ, ਹੱਥ ਜਾਨ ਮੈਂ ਸ਼ੋਕੋ ਪਾਏ। ਜਿਸ ਨੇ ਲੱਖਾਂ ਦੀ ਗਿਣਤੀ ਵੀ ਸਾਡੇ ਲਸ਼ਕਰ ਸਾਡੀਆਂ ਫੌਜਾਂ ਨੂੰ ਮਾਰ ਕੇ ਜਿਹੜਾ ਹੈ ਜਹਾਨ ਵੀ ਸੋਗ ਪਾਇਆ ਹੈ ਜੀ। ਕਾਲ ਲਗ ਰਾਖ ਲੜਾਈ, ਮਾਰਨ ਮਰਨ ਕੀਨ ਸਮਦਾਈ। ਜਿਸ ਨੇ ਲੰਮਾ ਸਮਾਂ ਜੰਗ ਚਲਾਈ ਰੱਖਿਆ, ਮਰਨ ਮਾਰਨ ਤੇ ਅੜਿਆ ਰਿਹਾ। ਔਰਬ ਲੜਿਓ ਪਹਾੜਨ ਮੈਂ ਜਬ, ਕਾਤ ਹੋਣ ਤੇ ਲੜਤ ਬਚਿਓ ਤਬ। ਹੁਣ ਜਾਂਦਾ ਜਾਂਦਾ ਇਹ ਕਪੂਰੇ ਦੇ ਨਾਲ ਗੱਲਾਂ ਕਰਦਾ ਜਾਂਦਾ, ਘੋੜੇ ਤੇ ਬੈਠਾ ਕਪੂਰਾ ਵੀ ਨਾਲ ਹੈ। ਕਹਿੰਦਾ ਪਹਿਲਾਂ ਉਸਨੇ ਪਹਾੜੀ ਇਲਾਕੇ ਵਿੱਚ ਜੰਗ ਵਿੱਢਿਆ। ਅਰ ਰਹੋ ਜੰਗ ਮੁਖ ਮੋਰਾ, ਪਿਓ ਸਬਣ ਤੇ ਕਰ ਕਰ ਜੋਰ। ਔਰ ਅੜਿਆ ਰਿਹਾ ਪਹਾੜੀ ਇਲਾਕੇ ਦੇ ਵਿੱਚ ਵੀ, ਜੰਗ ਦੇ ਮੈਦਾਨ ਵਿੱਚ ਸਭ ਦਾ ਮੂੰਹ ਮੋੜ ਦਿੱਤਾ ਹੈ ਆਪਣੇ ਜ਼ੋਰ ਨਾਲ। ਸੁਣੋ ਕਪੂਰਾ ਅਨੰਦਪੁਰ ਮੈਂ, ਰਚੋ ਜੰਗ ਕਰ ਅਨੰਦਪੁਰ ਮੈਂ। ਉਹ ਭਾਈ ਕਪੂਰਿਆ, ਇਹ ਗੁਰੂ ਗੋਬਿੰਦ ਸਿੰਘ ਨੇ ਜਦੋਂ ਆਨੰਦਪੁਰ ਵੀ ਜੰਗ ਵਿੱਢਿਆ। ਬਾਈ ਧਾਰ ਰਹੇ ਚੱਕ ਮਾਰ, ਸਕਲ ਹਰਾਏ ਜੰਗ ਮਜਾਰ। 22 ਧਾਰਾਂ ਦੇ ਪਹਾੜੀ ਰਾਜੇ, 22 ਰਾਜੇ ਤੇ ਫਿਰ ਉਹਨਾਂ 22 ਰਾਜਿਆਂ ਦੀਆਂ ਅੱਗੇ ਫੌਜਾਂ। ਤਾਂ ਇਸ ਤਰ੍ਹਾਂ ਕਹਿੰਦਾ 22 ਧਾਰ ਦੇ 22 ਰਾਜਿਆਂ ਨੇ ਆਪਣੀਆਂ ਫੌਜਾਂ ਕਰਕੇ ਇਕੱਠੀਆਂ ਜਦੋਂ ਗੁਰੂ ਗੋਬਿੰਦ ਸਿੰਘ ਨਾਲ ਜੰਗ ਕੀਤਾ ਤੇ ਇਹਦਾ ਕੁਛ ਨਹੀਂ ਵਿਗਾੜ ਸਕੇ। ਝੱਕ ਮਾਰਦੇ ਰਹੇ, ਮੱਖੀਆਂ ਮਾਰਦੇ ਰਹੇ, ਭਾਵ ਉਹਨਾਂ ਦਾ ਵਾਹ ਨਹੀਂ ਚੱਲਿਆ ਜੀ। ਆਦ ਕੇਸਰੀ ਚੰਦ ਗਰੀਸ਼, ਮਾਰੇ ਬਲ ਕਰ ਜੁਧ ਵਿਸ਼ੇਸ਼। ਔਰ ਕੇਸਰੀ ਚੰਦ ਵਰਗੇ ਜਿਹੜੇ ਰਾਜੇ ਸਨ, ਬੜੇ ਤਾਕਤਵਰ ਯੋਧੇ, ਉਹ ਵੀ ਇਸ ਨੇ ਮਾਰ ਦਿੱਤੇ ਯੁੱਧ ਵਿੱਚ। ਸੋ ਇਸ ਸਮੇਂ ਮਾਰ ਕਰ ਲੀਨਾ, ਫਤਿਹ ਖੁਦਾਏ ਹਮੇ ਕੋ ਦੀਨਾ। ਲੈ ਕਪੂਰਿਆ ਐਤਕੀ ਆਪਾਂ ਬਾਜੀ ਜਿੱਤ ਗਏ। ਕਹਿੰਦਾ ਜਾਂਦਾ ਜਾਂਦਾ ਕਪੂਰੇ ਨੂੰ ਕਹਿ ਰਿਹਾ, ਲੈ ਵੀ ਕਪੂਰਿਆ ਐਤਕੀ ਆਪਾਂ ਬਾਜੀ ਜਿੱਤ ਲਏ ਆ, ਐਤਕੀ ਆਪਾਂ ਜੰਗ ਜਿੱਤ ਲਿਆ ਔਰ ਗੁਰੂ ਗੋਬਿੰਦ ਸਿੰਘ ਨੂੰ ਜਿਹੜਾ ਸ਼ਹੀਦ ਕਰ ਦਿੱਤਾ ਹੈ ਆਪਾਂ। ਭੀਮ ਚੰਦ ਤੇ ਆਦ ਪਹਾਰੀ, ਜਿਸ ਤੇ ਬੜੇ ਤਰਾਸ਼ ਕੋ ਧਾਰੀ। ਜਿਸ ਗੁਰੂ ਗੋਬਿੰਦ ਸਿੰਘ ਤੋਂ ਭੀਮ ਚੰਦ ਵਰਗੇ ਰਾਜੇ, ਪਹਾੜੀਏ ਤੇ ਹੋਰ ਸਾਰੇ ਡਰਦੇ ਸਨ। ਕਰੀ ਪੁਕਾਰ ਸ਼ਾਹ ਕੇ ਆਗੇ, 3 ਲੱਖ ਦਲ ਲੈ ਕਰ ਭਾਗੇ। ਔਰ ਭੀਮ ਚੰਦ ਪਹਾੜੀਏ ਨੇ ਜਿਸ ਵੇਲੇ ਔਰੰਗਜ਼ੇਬ ਨੂੰ ਬੇਨਤੀ ਕੀਤੀ ਸੀ, ਹਜ਼ਰਤ ਸੁਣਤ ਕੌਪ ਕੋ ਤਾਰਾ, ਜਿਤ ਕਿਤ ਤੇ ਬਟ ਲਸ਼ਕਰ ਭਾਰਾ। ਤੇ 3 ਲੱਖ ਦਲ ਲੈ ਕੇ ਜਿਹੜਾ ਇਹਨਾਂ ਦੇ ਕੋਲ ਸੀਗਾ, 3 ਲੱਖ ਫੌਜ ਔਰੰਗਜ਼ੇਬ ਨੇ ਵੀ ਭੇਜੀ। ਕਹਿੰਦੇ ਫਿਰ ਵੀ ਇਹ ਡਰਦੇ ਹੋਏ ਭੱਜ ਗਏ। ਤੇ ਇਹ ਸੁਣ ਕੇ ਬਾਦਸ਼ਾਹ ਸਲਾਮਤ ਔਰੰਗਜ਼ੇਬ ਨੂੰ ਬੜਾ ਗੁੱਸਾ ਆਇਆ ਹੈ। ਜ਼ਬਰਦਸਤ ਰਾਮ ਸਹਿਤ ਚੜਾਏ, ਕਈ ਲੱਖ ਸੈਨਾ ਉਮੜਾਏ। ਔਰ ਉਸ ਗੁੱਸੇ ਦੇ ਵਿੱਚ ਫਿਰ ਸਾਰੀਆਂ ਪਿਛਲੀਆਂ ਜੰਗਾਂ ਦੀਆਂ ਗੱਲਾਂ ਕਰਦਾ ਜਾਂਦਾ ਹੈ। ਜ਼ਬਰਦਸਤ ਖਾਂ ਪਿਛਲੇ ਇੱਕ ਜੰਗ ਵਿੱਚ ਆਇਆ ਸੀ। ਕਹਿਣ ਲੱਗੇ ਫਿਰ ਔਰੰਗਜ਼ੇਬ ਨੂੰ ਗੁੱਸਾ ਆਇਆ, ਉਹਨੇ ਗੁੱਸੇ ਦੇ ਵਿੱਚ ਜ਼ਬਰਦਸਤ ਖਾਂ ਵਰਗੇ ਲਾਹੌਰ ਦਾ ਸੂਬੇਦਾਰ ਜਰਨੈਲ ਤੇ ਮੈਂ ਵਜੀਦਾ ਕਹਿੰਦਾ
ਅਸੀਂ ਲੱਖਾਂ ਦੀ ਗਿਣਤੀ ਵੀ ਸੈਨਾ ਲੈ ਕੇ ਚੜ੍ਹ ਕੇ ਆਏ ਅਨੰਦਪੁਰ। ਅਨੰਦਪੁਰ ਕੋ 14 ਸਕੇਰਾ ਨਿਕਸ ਵਹਿਰ ਕਰ ਜੰਗ ਵਡੇਰਾ। ਔਰ ਲੰਬਾ ਸਮਾਂ ਅਸੀਂ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਰੱਖਿਆ ਤੇ ਫਿਰ ਕਹਿੰਦੇ ਇੱਕ ਦਿਨ ਇਹ ਜੰਗ ਦੇ ਲਈ ਬਾਹਰ ਨਿਕਲੇ ਅਨੰਦਪੁਰ ਦੇ ਕਿਲੇ ਚੋਂ। ਨਹੀਂ ਸਿਕਸ਼ਤ ਕਿਤੋਂ ਦਿਖਾਈ ਬਾਨ ਪ੍ਰਹਾਰੇ ਕੋਸ ਅਡਾਈ। ਔਰ ਬਈ ਬੜਾ ਕਮਾਲ ਦਾ ਯੋਧਾ, ਨਾਲੇ ਸਿਫਤਾਂ ਕਰਦਾ ਤੇ ਨਾਲੇ ਆਪਣੇ ਆਪ ਨੂੰ ਆਪੇ ਹੀ ਸ਼ਾਬਾਸ਼ੇ ਦਿੰਦਾ ਜਾਂਦਾ। ਕਹਿੰਦਾ ਬੜਾ ਕਮਾਲ ਦਾ ਯੋਧਾ ਹੈ, ਇਹਦੇ ਤੀਰ 2.5 ਕੋਹ ਤੱਕ ਜਾਂਦੇ ਰਹੇ। ਅਸਗੁਰ ਬੜੋ ਬਹਾਦਰ ਚੀਨਾ ਸੋ ਅਬ ਮਾਰ ਫਤਿਹ ਹਮਲੀਨਾ। ਐਸੇ ਵੱਡੇ ਯੋਧੇ ਨੂੰ, ਐਸੇ ਵੱਡੇ ਬਹਾਦਰ ਨੂੰ ਜਿਹੜਾ ਕਿਸੇ ਤੋਂ ਕਾਬੂ 'ਚ ਨਹੀਂ ਆਇਆ, ਮੈਂ ਮਾਰ ਲਿਆ। ਕਹਿੰਦਾ ਵਜੀਦਾ ਕਹਿੰਦਾ ਐਤਕੀ ਆਪਾਂ ਜੰਗ ਜਿੱਤ ਲਈ ਐ। ਕਸਿਓ ਪਨ ਆਨੰਦਪੁਰ ਛੋਰਾ ਆਵਨ ਲਾਗ ਸੋ ਜੰਗਲ ਔਰਾ। ਔਰ ਅਨੰਦਪੁਰ ਨੂੰ ਛੱਡ ਕੇ ਇਹ ਜੰਗਲ ਦੇ ਇਲਾਕੇ ਵੱਲ ਜਾ ਰਿਹਾ ਸੀ। ਸਗਰੋ ਲਸ਼ਕਰ ਪਰਿਓ ਵਿਚਾਰੀ ਦੁਰਕਾਨਾ ਹੱਥ ਪੰਥ ਮਜਾਰੀ। ਔਰ ਉਹ ਲਸ਼ਕਰ ਜਿਨ੍ਹਾਂ ਨੂੰ ਬਹੁਤ ਇਹਨਾਂ ਨੇ ਮਾਰਿਆ ਹੈ, ਬਚਿਆ ਲਸ਼ਕਰ ਇਹਦੇ ਮਗਰ ਚੱਲ ਪਿਆ। ਫਿਰ ਤੁਰਕਾਨਾ ਭਾਵ ਸਾਰੇ ਮੁਸਲਮਾਨ ਪਠਾਨ ਖਾਨ ਸਾਰੇ ਲਸ਼ਕਰ ਇਕੱਠੇ ਹੋ ਕੇ ਇਹਦੇ ਮਗਰ ਚੱਲ ਪਏ ਜੀ। ਉੱਪਰ ਲੱਗ ਬਜਾਏ ਸਭ ਲਿਆਏ ਆਗੇ ਕਿਤਕ ਕੋਸ਼ ਉਲਕਾਏ। ਇਸ ਤਰ੍ਹਾਂ ਇਹਨਾਂ ਦੇ ਮਗਰ ਲੱਗ ਕੇ ਲਸ਼ਕਰ ਇਹਨਾਂ ਨੂੰ ਰੋਪੜ ਤੱਕ ਧੱਕੀ ਆਇਆ। ਇਹ ਨਹੀਂ ਕਹਿੰਦਾ ਕਿ ਪਿੱਛੇ ਅਸੀਂ ਖਾਧੀਆਂ ਵੀ ਮੂੰਹ ਦੀਆਂ। ਕਹਿੰਦਾ ਸਾਡਾ ਲਸ਼ਕਰ ਸਾਰਾ ਅਨੰਦਪੁਰ ਦੇ ਵਿੱਚੋਂ ਜਦੋਂ ਨਿਕਲੇ ਤੇ ਇਹਨਾਂ ਨੂੰ ਰੋਪੜ ਤੱਕ ਲੈ ਆਂਦਾ ਹੈ। 10 ਲੱਖ ਸੋ ਪੱਟ ਨਿਕਲਿਓ ਆਗੇ ਪਾਛੇ ਥਲ ਰੁਕ ਗਿਓ। ਤੇ ਜਦੋਂ ਉਧਰੋਂ ਔਰੰਗਜ਼ੇਬ ਨੇ 10 ਲੱਖ ਫੌਜ ਹੋਰ ਭੇਜ ਦਿੱਤੀ ਤੇ ਫਿਰ ਇਹਨੇ ਵੇਖਿਆ ਵੀ ਅੱਗੋਂ ਪਿੱਛੋਂ ਮੈਨੂੰ ਘੇਰਾ ਪੈ ਗਿਆ। ਨਿਕਟ ਬਲੋਕ ਦੁਰਗ ਚਮਕਾਰ ਪਿਓ ਮਵਾਸੀ ਦ੍ਰਿੜ ਤਿਸ ਠਾਰ। ਤੇ ਇਸ ਨੇ ਜਾ ਕੇ ਚਮਕੌਰ ਨਗਰ ਦੇ ਵਿੱਚ ਚਮਕੌਰ ਦੀ ਗੜੀ, ਚਮਕੌਰ ਦਾ ਕਿਲਾ ਜਿਹੜਾ ਹੈ ਉਹ ਨੱਪ ਲਿਆ। ਉਹਦੇ ਵਿੱਚ ਵੜ ਕੇ ਫਿਰ ਮਵਾਸੀ ਮਤਲਬ ਆਕੀ ਹੋ ਗਿਆ, ਦ੍ਰਿੜ ਹੋ ਗਿਆ, ਲੜਨ ਲਈ ਤਿਆਰ ਹੋ ਗਿਆ। ਸੋ ਗੁਰ ਅਬੇ ਮਾਰ ਕਰ ਲੀਨਾ ਫਤਿਹ ਖੁਦਾਏ ਹਮਕੋ ਦੀਨਾ। ਜਿਸ ਨੂੰ ਅਸੀਂ ਚਮਕੌਰ ਸਾਹਿਬ ਦੇ ਵਿੱਚ ਵੀ ਮਾਰ ਨਹੀਂ ਸਕੇ, 10 ਲੱਖ ਲਸ਼ਕਰ ਜਿਨ੍ਹਾਂ ਨੂੰ ਮਾਰ ਨਹੀਂ ਸਕਿਆ, ਅੱਜ ਇਹਦਾ ਸਿਹਰਾ ਕਹਿੰਦਾ ਮੈਨੂੰ ਮਿਲਿਆ। ਉਹਨੇ ਚਮਕੌਰ ਕਨੋਰਲ ਕਾਲਾ ਮਾਰੇ ਤੀਖਨ ਤੀਰ ਕਰਾਲਾ। ਉਹ ਚਮਕੌਰ ਦੇ ਜੰਗ ਵਿੱਚ ਵੀ ਇਸ ਨੇ ਬੜੇ ਭਿਆਨਕ ਤੀਰ ਛੱਡੇ। ਕਰਾਲਾ ਹੁੰਦੇ ਆ ਭਿਆਨਕ ਤੀਰ ਛੱਡੇ। ਸੁਣੋ ਚੌਧਰੀ ਲੋਖਨ ਢੀਰ ਮਾਰ ਕਰੇ ਗੜ ਕੀ ਚੌਪੀਰ। ਚਮਕੌਰ ਦੀ ਗੜੀ ਦੇ 4 ਛਪੇਰੇ ਇਹਨੇ ਤੀਰ ਮਾਰ ਮਾਰ ਕੇ ਲੋਥਾਂ ਦੇ ਢੇਰ ਲਾ ਦਿੱਤੇ ਉੱਥੇ। ਸੁਦਾ ਬੰਤ ਚਾਲੀ ਨਰ ਸੰਗ ਕਈ ਲੱਖ ਸੋ ਕੀ ਨਸ ਜੰਗ। ਬਈ ਕਮਾਲ ਦਾ ਯੋਧਾ, ਨਾਲੇ ਐ ਕਹਿ ਜਾਂਦਾ ਵਿੱਚ ਦੀ ਕਮਾਲ ਦਾ ਯੋਧਾ ਹੈ। 40 ਸਿੱਖਾਂ ਨੂੰ ਲੈ ਕੇ ਸਾਡੀ ਲੱਖਾਂ ਦੀ ਗਿਣਤੀ ਵਿੱਚ ਜਿਹੜੀ ਫੌਜ ਸੀ ਉਹਦੇ ਨਾਲ ਬੜਾ ਭਿਆਨਕ ਜੰਗ ਕੀਤਾ ਹੈ। ਲਸ਼ਕਰ ਕੀ ਨਰ ਮੁੱਠੀ ਖਾਕ ਬਾਰਿਕ ਮਾਰੇ ਗੜ ਕੋ ਤਾਕ। ਕਮਾਲ ਦੀ ਗੱਲ ਹੈ, ਲਸ਼ਕਰ ਨੂੰ ਇੱਕ ਮੁੱਠੀ ਖਾਕ ਦੀ ਬਣਾ ਦਿੱਤਾ ਹੈ। ਲਸ਼ਕਰ ਦੇ ਮਨੁੱਖ ਇੱਕ ਮੁੱਠੀ ਖਾਕ ਦੀ ਜੇ ਭਰ ਭਰ ਕੇ ਕਿਲੇ ਨੂੰ ਪਾਉਂਦੇ ਤਾਂ ਕਿਲਾ ਨੱਪਿਆ ਜਾਂਦਾ ਰੇਤੇ ਥੱਲੇ। ਇੰਨੀ ਫੌਜ ਸੀ ਕਹਿੰਦੇ ਚਮਕੌਰ ਦੀ ਗੜੀ ਕੋਲੇ। ਜੇ ਮੁੱਠੀ ਰੇਤਾ ਵੀ ਸਾਰੇ ਉਸ ਗੜੀ ਤੇ ਸਿੱਟਦੇ ਤਾਂ ਗੜੀ ਥੱਲੇ ਨੱਪੀ ਜਾਂਦੀ, ਪਰ ਇਸ ਨੇ ਸਾਰਿਆਂ ਨੂੰ ਖਾਕ ਦੀ ਮੁੱਠੀ ਬਣਾ ਦਿੱਤਾ ਹੈ। ਉਹ ਪੂਰਨ ਕਰ ਦੇਤ ਦਬਾਏ ਕਿਸਮੇ ਸ਼ਕਤ ਜੇ ਰਹਿ ਟਿਕਾਏ। ਕਮਾਲ ਦੀ ਗੱਲ ਹੈ ਯਾਰ, ਇੰਨੀ ਸਾਡੇ ਕੋਲੇ ਫੌਜ ਸੀ ਚਮਕੌਰ ਦੀ ਗੜੀ ਕੋਲ ਵੀ, ਕੁਝ ਮੇਰੇ ਨਾਲ ਸੀ, ਕੁਝ 10 ਲੱਖ ਹੋਰ ਨਵੀਂ ਫੌਜ ਆ ਗਈ ਸੀ। 4 ਛਪੇਰਿਓਂ ਘੇਰਾ ਪਾ ਲਿਆ ਸੀਗਾ। ਕਹਿੰਦੇ ਮੁੱਠੀ ਰੇਤੇ ਨਾਲ ਵੀ ਗੜੀ ਨੱਪੀ ਜਾਂਦੀ ਰੇਤੇ ਦੇ ਹੇਠਾਂ, ਪਰ ਇਹਨੇ ਐਸੇ ਤੀਰ ਮਾਰੇ ਕਿ ਸਾਡੀ ਫੌਜ ਨੂੰ ਨੇਸ ਤੋਂ ਨਬੂਤ ਕਰ ਦਿੱਤਾ ਹੈ। ਨਿਕਟ ਨਾ ਕੋਈ ਪਹੁੰਚਨ ਦੀਨ ਅਤਿਸ਼ੈ ਡਰ ਸਭ ਕੇ ਮਨ ਕੀਨਾ। ਇਹਦੇ ਤੀਰ ਹੀ ਬੜੇ ਕਮਾਲ ਦੇ ਸੀਗੇ। ਫੌਜਾਂ ਉਹੀ ਡਰਦੀਆਂ ਸੀ ਇਹਦੇ ਤੀਰਾਂ ਤੋਂ, ਕਿਉਂਕਿ ਇੱਕ ਤਿੱਕ ਤੀਰ ਛੱਡਿਆ ਮੇਰੇ ਪ੍ਰੀਤਮ ਜੀ ਦਾ, ਉਸ ਤੀਰ ਦੇ ਰਸਤੇ ਵਿੱਚ ਜਿੰਨੇ ਫੌਜੀ ਆ ਜਾਂਦੇ 10 ਤੱਕ 5 6 7 8 ਜਿੰਨੇ ਉਹ ਤੀਰ ਦੇ ਸਾਹਮਣੇ ਆ ਜਾਂਦੇ ਸਾਰਿਆਂ ਦੇ ਵਿੱਚ ਦੀ ਪਰੋਇਆ ਜਾਂਦਾ ਮਾਲਾ ਧਾਗੇ ਵਾਂਗੂ ਐ ਸਿੱਟਦਾ ਤੁਰਿਆ ਜਾਂਦਾ। ਤਾਂ ਤੇ ਜਿਹੜੇ ਲਸ਼ਕਰ ਸੀ ਸਾਡੇ ਉਹ ਇਹਦੇ ਤੀਰਾਂ ਤੋਂ ਬੜਾ ਡਰਦੇ ਸੀ। ਆਵਾਜ਼ ਮਰਦ ਸੇ ਡਰ ਦਬ ਕੇ ਰਹੇ ਦੂਰ ਉਤ ਤਰਾਸਤ ਸਭ ਕੇ। ਖਵਾਜਾ ਮਰਦੂਦ ਪਾਤਸ਼ਾਹ ਨੇ ਮਰਦੂਦ ਕਿਹਾ, ਇਹ ਮਰਦ ਕਹਿੰਦੇ ਆ। ਮਰਦ ਹੁੰਦਾ ਦਲੇਰ
ਤੇ ਪਾਤਸ਼ਾਹ ਕਹਿੰਦੇ ਮਰਦੂਦ ਕਮਜ਼ੋਰ ਗਿੱਦੜ ਜਦੋਂ ਮੈਂ ਉਹਦੇ ਤੀਰ ਮਾਰ ਲੱਗਿਆ ਕੰਧ ਦੇ ਉਹਲੇ ਹੋ ਗਿਆ ਨਹੀਂ ਉਹਨੂੰ ਵੀ ਇੱਕ ਤੀਰ ਬਖਸ਼ ਦਿੰਦਾ। ਅਤੀਸ਼ੇ ਸੰਗਨ ਘੇਰਾ ਪਾਇਓ ਨਿਕਸ ਗਿਓ ਨੈ ਕੀਨ ਦਰਸਾਇਓ। ਖਵਾਜਾ ਮਰਦੂਦ ਡਰਦਾ ਮਾਰਿਆ ਦੁਬਕਿਆ ਰਿਹਾ, ਨੇੜੇ ਨਹੀਂ ਪਹੁੰਚਿਆ। ਤੇ ਸਤਿਗੁਰੂ ਪਾਤਸ਼ਾਹ ਆਪਣੇ ਜ਼ਫਰਨਾਮੇ 'ਚ ਲਿਖਦੇ ਨੇ, ਓਏ ਤੇਰੇ ਖਵਾਜੇ ਮਰਦੂਦ ਵਰਗੇ ਜਿਹੜੇ ਚੜ੍ਹ ਕੇ ਆਏ ਸਾਡੇ ਭੁੱਖੇ 40 ਸਿੰਘ ਜਿਨ੍ਹਾਂ ਨੇ ਪਿਛਲੇ ਕਈ ਮਹੀਨਿਆਂ ਤੋਂ ਕੁਝ ਛਕਿਆ ਨਹੀਂ ਚੱਜ ਦਾ, ਕੁਝ ਖਾਧਾ ਨਹੀਂ, ਪਰ ਉਹਨਾਂ 40 ਸ਼ੇਰਾਂ ਨੇ ਮੇਰਿਆਂ ਨੇ ਤੇਰੀ ਲੱਖਾਂ ਦੀ ਗਿਣਤੀ ਦੀ ਫੌਜ ਨੂੰ ਨੇਸਤੋ ਨਬੂਦ ਕਰ ਦਿੱਤਾ। ਸ਼ਰਮ ਮੰਨ ਇਹੋ ਜਿਹੇ ਲਸ਼ਕਰ ਦੀ ਤੂੰ। ਜ਼ਫਰਨਾਮੇ ਦੇ ਵਿੱਚ ਉਹਨੂੰ ਬੜੀਆਂ ਲਾਹਣਤਾਂ ਪਾਈਆਂ ਤੇ ਜਿਸ ਵੇਲੇ ਉਸ ਨੂੰ ਉਸ ਦੀ ਲੜਕੀ ਨੇ ਉਹ ਸਾਰਾ ਜ਼ਫਰਨਾਮਾ ਪੜ੍ਹ ਕੇ ਸੁਣਾਇਆ, ਲੰਮਾ ਪਿਆ ਹੋ ਕੇ ਲੈਂਦਾ ਰਿਹਾ ਕਿ ਮੈਂ ਆਪਣੀ ਜ਼ਿੰਦਗੀ ਦਾ ਲਾਹਾ ਨਹੀਂ ਖੱਟ ਸਕਿਆ। ਕੋ ਸਤਨਾਮ। ਪਾਤਸ਼ਾਹ ਨੇ ਸ਼ੀਸ਼ਾ ਵਿਖਾਇਆ ਉਸ ਨੂੰ ਵੀ ਤੇਰੀ ਤਪੱਸਿਆ ਬਹੁਤ ਸੀਗੀ, ਪਰ ਤੂੰ ਇਸ ਤਪੱਸਿਆ ਨੂੰ ਸੰਸਾਰ ਨੂੰ ਮੁਸਲਮਾਨ ਬਣਾਉਣ ਤੇ ਲਾ ਦਿੱਤਾ। ਕੋ ਸਤਨਾਮ। ਕੋਈ ਫਾਇਦਾ ਨਹੀਂ ਖੱਟਿਆ। ਕੀ ਹੋ ਗਿਆ? ਮੇਰੇ 4 ਬੱਚੇ ਜਿਹੜੇ ਸਨ ਸ਼ੇਰ ਦੇ, ਛੋਟੇ 4 ਬੱਚੇ ਮਾਰ ਲਏ। ਮੇਰਾ 5ਵਾਂ ਪੁੱਤਰ ਖਾਲਸਾ ਪੰਥ ਕੁੰਡਲੀਆ ਸ਼ਮਸ਼ੇਰ ਖਾਲਸਾ ਹਜੇ ਨਹੀਂ ਮਰਿਆ, ਉਹ ਬਦਲਾ ਲਊਗਾ, ਤੇਰਾ ਸਭ ਕੁਝ ਖਤਮ ਕਰੇਗਾ। ਜਿਸ ਵੇਲੇ ਕਹਿੰਦੇ ਉਸ ਦੀ ਬੱਚੀ ਜੇਬਨਿਸ਼ਾ ਨੇ ਇਹ ਪੜ੍ਹ ਕੇ ਸੁਣਾਇਆ ਜ਼ਫਰਨਾਮਾ, ਤੇ ਸੁਣ ਕੇ ਹੈਫ ਕਰਦਾ ਰਿਹਾ, ਲਾਹਨਤਾਂ ਆਪਣੇ ਆਪ ਨੂੰ ਪਾਉਂਦਾ ਰਿਹਾ। ਔਰ ਗੁਰੂ ਪਿਆਰਿਓ ਅਖੀਰ ਤੇ ਪਾਤਸ਼ਾਹ ਨੇ ਲਿਖਿਆ, ਹੁਣ ਤੇਰੀ ਜਾਨ ਤਾਂ ਨਿਕਲੂਗੀ ਜੇ ਤੂੰ ਫਤਿਹ ਬੁਲਾਏਂਗਾ। ਕਹੋ ਸਤਨਾਮ। ਹੁਣ ਤੂੰ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹੇਗਾ ਨਾ, ਤੇਰੀ ਮੌਤ ਤਾਂ ਹੋਗੀ, ਨਹੀਂ ਲਮਕੇਗਾ। ਹੁਣ ਲਮਕਣਾ ਵੀ ਚੰਗਾ ਨਹੀਂ ਹੁੰਦਾਗਾ, ਜਾਂ ਤਾਂ ਮਰ ਜੇ ਤੇ ਜਾਂ ਫਿਰ ਖੜਾ ਹੋ ਜੇ, ਠੀਕ ਹੋ ਜੇ। ਤਾਂ ਗੁਰੂ ਪਿਆਰ ਹੁਣ ਇਹਦੀ ਜਾਨ ਨਹੀਂ ਨਿਕਲ ਰਹੀ। ਸਾਰੇ ਕਹਿੰਦੇ ਤੂੰ ਫਤਿਹ ਬੁਲਾ ਦੇ। ਕਹਿੰਦਾ ਕਿਉਂ ਮੈਂ ਫਤਿਹ ਬੁਲਾਵਾਂ? ਕੱਟਣ ਬੜਾ ਸੀ ਤਾਂ ਲੋਕਾਂ ਨੂੰ ਮੁਸਲਮਾਨ ਸੀ, ਤੇ ਆਪ ਕਿਵੇਂ ਫਤਿਹ ਬੁਲਾਵੇ? ਕਹਿੰਦਾ ਮੈਂ ਨਹੀਂ ਬੁਲਾਉਂਦਾ। ਅਖੀਰ ਸਿਆਣੇ ਬੰਦੇ ਕਹਿੰਦੇ ਵੀ ਰਾਜਾ ਸਾਹਿਬ ਆਇਆ ਕਰੋ, ਤੁਸੀਂ ਉੱਚੀ ਨਹੀਂ ਬੁਲਾਉਣੀ ਚਾਹੁੰਦੇ ਨਾ, ਇਸ ਜ਼ਫਰਨਾਮੇ 'ਤੇ ਜਾਂ ਕਿਸੇ ਕਾਗਜ਼ 'ਤੇ ਲਿਖ ਦਿਓ ਵਾਹਿਗੁਰੂ ਜੀ ਕਾ ਖਾਲਸਾ, ਤੁਹਾਡੇ ਦਿਮਾਗ 'ਚ ਬੋਲੀ ਜਾਊਗੀ, ਜਾਨ ਨਿਕਲ ਜੂਗੀ ਤੁਹਾਡੀ। ਕਹੋ ਸਤ, ਨਹੀਂ ਤਾਂ ਹੀ ਤੜਫੋਗੇ। ਫਿਰ ਇਸਨੇ ਕਾਗਜ਼ 'ਤੇ ਲਿਖੀ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇ ਪਾਤਸ਼ਾਹ ਦੇ ਬਚਨ ਵੀ ਸੱਤ ਹੋਇਆ। ਫਿਰ ਇਹਦੀ ਮੌਤ ਹੋਈ, ਪਰ ਮਰਨ ਤੋਂ ਪਹਿਲਾਂ ਕਹਿੰਦਾ ਮੇਰੀ ਕਬਰ ਦੇ ਉੱਤੇ ਕੋਈ ਦਰਖਤ ਨਹੀਂ ਲਾਉਣਾ। ਮੁਸਲਮਾਨ ਦੇਖੋ ਨਾ, ਮਾਰਵਾੜ ਵਿੱਚ ਕਿੰਨੀਆਂ ਛਤਰੀਆਂ ਬਣੀਆਂ ਨੇ ਛੋਟੀਆਂ ਛੋਟੀਆਂ, ਉਹ ਥੱਲੇ ਉਹਦੇ ਰਾਜੇ ਦਫਨਾਏ ਹੋਏ ਆ, ਉਹਨਾਂ ਦੀਆਂ ਨਿਸ਼ਾਨੀਆਂ ਨੇ ਉਹ ਰਾਜਸਥਾਨ ਦੇ ਇਲਾਕੇ 'ਚ। ਪਰ ਇਹ ਕਹਿੰਦਾ ਵੀ ਮੇਰੀ ਜਿਹੜੀ ਕਬਰ ਹੈ ਉਹਦੇ ਉੱਤੇ ਕੋਈ ਦਰਖਤ ਨਹੀਂ ਲਾਉਣਾ, ਕੋਈ ਬਿਲਡਿੰਗ ਨਹੀਂ ਬਣਾਉਣੀ, ਕੋਈ ਉਸ 'ਤੇ ਫੁੱਲ ਨਹੀਂ ਚੜਾਉਣੇ, ਕੋਈ ਉਸ 'ਤੇ ਦੀਵਾ ਨਹੀਂ ਜਗਾਉਣ ਵਾਲਾ ਰੱਖਣਾ, ਕਿਸੇ ਨੇ ਉੱਥੇ ਝਾੜੂ ਨਹੀਂ ਮਾਰਨਾ, ਕਿਉਂਕਿ ਮੈਂ ਕੁਦਰਤ ਦੇ, ਪਰਮੇਸ਼ਰ ਦੇ, ਅੱਲਾ ਦੇ, ਖੁਦਾ ਦੇ ਐਂਟੀ ਚੱਲਿਆ, ਮੈਨੂੰ ਸਮਝ ਨਹੀਂ ਆਈ ਤੇ ਮੈਂ ਆਪਣਾ ਜੀਵਨ ਬਰਬਾਦ ਕਰ ਲਿਆ। ਅੱਜ ਵੀ ਉਹਦੀ ਜਿਹੜੀ ਆ ਕਬਰ ਉਸੇ ਤਰ੍ਹਾਂ ਟੁੱਟੀ ਭੱਜੀ ਪਈ ਆ, ਕੋਈ ਉਹਦੀ ਸੇਫਟੀ ਨਹੀਂ ਕਰਦਾ, ਕੋਈ ਸੰਭਾਲ ਨਹੀਂ ਕਰਦਾ, ਕਿਉਂਕਿ ਉਹਦੇ ਆਖਰੀ ਬਚਨ ਸੀ, ਉਹਦੀ ਇੱਛਾ ਸੀ ਮਗਰਲੀ। ਕਹਿਣ ਲੱਗੇ ਪਾਤਸ਼ਾਹ, ਇਹ ਹੁਣ ਵਜੀਦਾ ਦੱਸਦਾ ਜਾ ਰਹੀ ਹੈ ਕੋਟਕਪੂਰੇ ਵਾਲੇ ਕਪੂਰੇ ਨੂੰ, ਕਹਿੰਦੇ ਖਵਾਜਾ ਮਰਦੂਦ ਵਰਗੇ ਵੀ ਦੁਬਕੇ ਰਹੇ, ਉਹ ਵੀ ਸਾਹਮਣੇ ਨਹੀਂ ਹੋਏ, ਡਰਦੇ ਹੋਏ ਦੂਰ ਹੀ ਬੈਠੇ ਰਹੇ। ਉੱਚ ਕੋ ਪੀਰ ਵੇਖ ਤਨ ਤਾਰਾ ਅਤੀਸ਼ੇ ਸਿੰਘਨ ਘੇਰਾ ਪਾਇਓ ਨਿਕਸ ਗਿਓ ਨੈ ਕਿਨ ਦਰਸਾਇਓ। ਔਰ ਐਡੇ ਵੱਡੇ ਘੇਰੇ ਦੇ ਵਿੱਚ ਅਤਸ਼ੈ ਸੰਘਣ ਹੁੰਦਾ ਸੰਘਣਾ, ਕਿ ਕੀੜੀ ਵੀ ਟੱਪਦੀ ਦਾ ਪਤਾ ਲੱਗ ਜਾਵੇ ਕੋਈ ਟੱਪ ਰਿਹਾ ਇੱਥੋਂ ਦੀ। ਇੰਨੇ ਗਾੜੇ ਘੇਰੇ ਦੇ ਵਿੱਚੋਂ ਵੀ ਉਹ ਨਿਕਲ ਗਿਆ, ਕਿਸੇ ਨੂੰ ਪਤਾ ਨਹੀਂ ਲੱਗਿਆ। ਉੱਚ ਕੋ ਪੀਰ ਵੇਖ ਤਨ ਤਾਰਾ ਸਨੇ ਸਨੇ ਮਗ ਬੀਚ ਬਧਾਰਾ। ਕਹਿੰਦੀ ਐਸੀ ਭੁਲੇਖਾ ਦੇ ਕੇ, ਐਸੀ ਗੁਰੂ ਪਿਆਰਿਓ ਵਜੀਦਾ ਕਹਿੰਦਾ ਸਾਨੂੰ ਭੁਲੇਖਾ ਪਾ ਕੇ ਉੱਥੋਂ ਨਿਕਲਿਆ, ਤੇ ਗਾਂ ਕਹਿੰਦੇ ਉੱਚ ਦਾ ਪੀਰ ਬਣ ਕੇ ਨਿਕਲ ਗਿਆ। ਗਾਂ ਚੌਕੀ ਬਣੀ ਹੋਈ ਸੀਗੀ। ਇਹ ਸਾਰੀਆਂ ਪਿਛਲੀਆਂ ਗੱਲਾਂ ਦੁਹਰਾਉਂਦਾ ਹੈ, ਕਪੂਰੇ ਨਾਲ ਜਾਂਦਾ ਜਾਂਦਾ ਗੱਲਾਂ ਬਾਤਾਂ ਕਰਦਾ ਹੈ। ਕਹਿੰਦਾ ਅੱਗੋਂ ਫਿਰ ਮਾਛੀਵਾੜੇ ਦੇ ਇਲਾਕੇ 'ਚੋਂ ਉੱਚ ਦਾ ਪੀਰ ਬਣ ਕੇ ਨਿਕਲ ਗਿਆ, ਕਿਸੇ ਨੂੰ ਪਤਾ ਨਹੀਂ ਲੱਗਿਆ। ਅਰਕ ਜਤਨ ਤੇ ਪਾਏ ਨਾ ਜੋ ਰਨ ਕਰ ਮਾਰ ਲੀ ਨਾਮ ਸੋ। ਫਿਰ ਚੱਲਦਾ ਚੱਲਦਾ ਆਪਣੇ ਆਪ ਨੂੰ ਛਾਵਾ ਜਾਂਦਾ, ਕਹਿੰਦਾ ਇੰਨੇ ਇੰਤਜ਼ਾਮ ਨਾਲ ਵੀ ਜਿਹੜਾ ਕਿਸੇ ਤੋਂ ਫੜਿਆ ਮਾਰਿਆ ਨਹੀਂ ਗਿਆ, ਉਸ ਨੂੰ ਅੱਜ ਮੈਂ ਮਾਰ ਲਿਆ। ਜਿਸ ਕੋ ਹਜਰਤ ਨਿਸ ਦਿਨ ਕਾਖਿਓ ਕਹਿ ਲੀਜੇ ਕੇ ਮਾਰਨ ਭਾਖਿਓ। ਜਿਸ ਨੂੰ ਬਾਦਸ਼ਾਹ ਸਲਾਮਤ
ਰੰਗ ਜੇਬ ਚਾਹੁੰਦਾ ਸੀ, ਕਾਂਖਿਓ ਇੱਛਾ ਰੱਖਦਾ ਸੀ, ਫੜ ਲਵੇ ਜਾਂ ਮਾਰ ਕੇ ਦੇਵੇ। ਚਿੰਤਾ ਬਸ ਹੋਏ ਲਿਖ ਬਾਰੀ, ਫਤਿਹ ਖੁਦਾਏ ਦੀਨ ਲੈ ਮਾਰੀ। ਔਰ ਚਿੰਤਾ ਦੇ ਵਸ ਉਹਨੇ ਕਈ ਵਾਰੀ ਚਿੱਠੀਆਂ ਭੇਜੀਆਂ ਕਿ ਤੁਸੀਂ ਇੱਕ ਬੰਦੇ ਨੂੰ ਫੜ ਨਹੀਂ ਸਕਦੇ। ਗੁਰੂ ਗੋਬਿੰਦ ਸਿੰਘ ਨੂੰ ਇੰਨਾ ਕਿੰਨਾ ਕੁ ਤਕੜਾ ਹੈ ਉਹ, ਜਿਹਨੇ ਬੜੀਆਂ ਚਿੱਠੀਆਂ ਭੇਜੀਆਂ। ਤੇ ਵਜੀਦਾ ਕਹਿੰਦਾ ਅੱਜ ਖੁਦਾ ਨੇ ਮੈਨੂੰ ਫਤਿਹ ਬਖਸ਼ੀ ਹੈ। ਯਾਦਕ ਹਰਕਤ ਬਾਤ, ਕਰਤਕ ਪੂਰੀ ਸੋ ਮਗ ਜਾਤ। ਚਲੋ ਜੀ, ਇਹ ਤਾਂ ਮੁੜ ਗਿਆ ਕਪੂਰੀ ਨਾਲ ਗੱਲਾਂ ਬਾਤਾਂ ਕਰਦਾ ਰਸਤੇ ਦੇ ਵਿੱਚ। ਜਲ ਸਥਾਨ ਪਿਕ ਕਾਲਿਓ ਡੀਰਾ, ਬਿਨ ਜਾਣੇ ਜੜ ਮੁਦਤ ਬਡੇਰਾ। ਉਹ ਜੜ ਮੂਰਖ ਬਿਨਾਂ ਜਾਣ ਤੋਂ ਬਿਨਾਂ ਗਿਆਨ ਤੋਂ ਬੜਾ ਖੁਸ਼ ਹੁੰਦਾ ਜਾਂਦਾ ਕਿ ਗੁਰੂ ਗੋਬਿੰਦ ਸਿੰਘ ਨੂੰ ਮਾਰ ਲਿਆ ਮੈਂ। ਕਹੋ ਸਤਨਾਮ। ਜੜ ਮੂਰਖ ਮੁਦਤ ਵਡੇਰਾ ਬੜਾ ਖੁਸ਼ ਹੈ। ਤਾਂ ਕਾਫੀ ਦੂਰ ਪਿੱਛੇ ਜਾ ਕੇ ਕਿਤੇ ਇਹਨੂੰ ਪਾਣੀ ਮਿਲਿਆ, ਉੱਥੇ ਇਹਨਾਂ ਨੇ ਪਾਣੀ ਦੇ ਕੋਲੇ ਡੇਰਾ ਕੀਤਾ ਤੇ ਇਧਰੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਟਿੱਬੀ ਸਾਹਿਬ ਤੋਂ ਥੱਲੇ ਆਉਂਦੇ ਹਨ ਦੋਹਰਾ। ਸੁਰਗ ਸ਼ੀਘਰਤਾ ਕਰ ਮੁਰੇ, ਮੁਖ ਕਰ ਪੂਰਬ ਔਰ ਇਸ ਤਰ੍ਹਾਂ ਜਿਹੜੇ ਤੁਰਕ ਸਨ ਉਹ ਖਿਦਰਾਣੇ ਦੀ ਢਾਬ ਤੋਂ ਚੜ੍ਹਦੇ ਵੱਲ ਨੂੰ ਚੱਲ ਪਏ। ਬੀਤੇ ਸਤਿਗੁਰ ਤੁਰਤ ਪਹੁੰਚਤ ਪੇਰਾ ਨਠੌਰ। ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀ ਬਚੀ ਫੌਜ, ਰੰਗੜਾਂ ਦੀ ਫੌਜ, ਇਹਨਾਂ ਦਾ ਹਜੇ ਕੁਝ ਵੀ ਨਹੀਂ ਵਿਗੜਿਆ ਕਿਉਂਕਿ ਇਹਨਾਂ ਨੇ ਹੀ ਮੋੜ ਦਿੱਤਾ ਸਾਰਾ ਦਲ ਇਹ। ਤੋ ਫੌਜ ਨੂੰ ਲੈ ਕਰਕੇ ਮੇਰੇ ਪ੍ਰੀਤਮ ਜੀ ਟਿੱਬੀ ਸਾਹਿਬ ਤੋਂ ਥੱਲੇ ਆਉਂਦੇ ਹਨ। ਚੌਪਈ ਕਰਤ ਸ਼ੀਘਰਤਾ ਸਰ ਪਰ ਆਏ, ਉਤਰੇ ਤਜ ਤੁਰੰਗ ਸਹਸਾਏ। ਔਰ ਉਸ ਖਿਦਰਾਣੇ ਦੀ ਢਾਬ ਤੇ ਸ੍ਰੀ ਮੁਕਤਸਰ ਸਾਹਿਬ ਦੇ ਸਰੋਵਰ ਦੇ ਉੱਤੇ ਆਉਂਦੇ ਹਨ ਘੋੜੇ ਤੋਂ ਉਤਰ ਕੇ। ਜੇ ਮਰੇ ਦੇਖ ਤਿਨ ਮੁਖ ਕੋ, ਬਖਸ਼ਣ ਲਗੇ ਲੋਕ ਜੁਗ ਸੁਖ ਕੋ। ਔਰ ਉਹਨਾਂ ਰੂਹਾਂ ਨੂੰ ਬਖਸ਼ਾ ਕਰਨ ਲੱਗੇ ਜਿਨ੍ਹਾਂ ਨੇ ਆ ਜੰਗ ਦੇ ਮੈਦਾਨ ਵਿੱਚ ਆਪਣੀਆਂ ਜਾਨਾਂ ਵਾਰੀਆਂ ਹਨ। 20,000 30,000 ਇਸ ਕੀ ਹੋਏ ਲੱਖਨ ਸਰਦਾਰੀ। ਇਹ ਮੇਰਾ ਸਿੱਖ 20,000 ਫੌਜ ਦਾ ਜਰਨੈਲ ਹੋਵੇਗਾ, ਦੁਬਾਰਾ ਫਿਰ ਮਨੁੱਖਾ ਜਾਮਾ ਮਿਲੂਗਾ ਇਸ ਨੂੰ। ਔਰ ਇਹ ਮੇਰਾ 30,000 ਫੌਜ ਦਾ ਜਰਨੈਲ ਹੋਵੇਗਾ, ਇਹ ਲੱਖਾਂ ਫੌਜ ਤੇ ਆਪਣੀ ਜਰਨੈਲੀ ਕਰੇਗਾ। ਇਤਨ ਕਦਮ ਅਗਰ ਚਲੇ ਹੈ, ਤਿਤੀ ਅਧਿਕਤਾ ਸੁਖ ਕੋ ਦੇ ਹੈ। ਜਿੰਨੇ ਜਿੰਨੇ ਅੱਗੇ ਹੋ ਕੇ ਲੜੇ ਹਨ, ਬਾਹਰ ਨਿਕਲ ਕੇ ਮੈਦਾਨ ਚੋਂ ਲੜੇ ਹਨ, ਓਨੇ ਹੀ ਇਹਨਾਂ ਨੂੰ ਬਖਸ਼ਾ ਪਾਤਸ਼ਾਹ ਜੀ ਦਿੰਦੇ ਜਾ ਰਹੇ ਹਨ। ਹੋਏ ਪ੍ਰਿਥੀ ਪਤ ਭੋਗੇ ਰਾਜੂ, ਬਿਲਸੇ ਅਚਰਜ ਕੁਝ ਸਮਾਜੂ। ਕਿਸੇ ਨੂੰ ਕਹਿੰਦੇ ਐ ਧਰਤੀ ਦਾ ਮਾਲਕ ਹੋਵੇਗਾ, ਰਾਜਾ ਹੋਵੇਗਾ, ਰਾਜ ਭੋਗੇਗਾ, ਇਹਦੇ ਕੋਲੇ ਬੜਾ ਧਨ ਦੌਲਤ ਐਸ਼ੋ ਇਸ਼ਰਤ ਸਭ ਕੁਝ ਹੋਵੇਗਾ। ਜੈਸੇ ਅਸ ਕਰ ਪੁਰਸ਼ਾਰਥ ਮਾਰੇ, ਤਸ ਤਸ ਵੱਡ ਪ੍ਰਤਾਪ ਕੋ ਧਰੇ। ਪੁਰਸ਼ਾਰਥ ਹੁੰਦਾ ਕਿਸੇ ਦੇ ਪਿੱਛੇ, ਭਾਵ ਗੁਰੂ ਦੇ ਪਿੱਛੇ। ਜਿਹੜਾ ਜਿਹੜਾ ਜਿਵੇਂ ਆਪਣੀਆਂ ਜਾਨਾਂ ਹੋਲ ਕੇ ਸ਼ਹੀਦ ਹੋਇਆ, ਉਹਨਾਂ ਨੂੰ ਨਾਲੇ ਵੇਖਦੇ ਆ, ਨਾਲੇ ਉਹਨਾਂ ਦੀਆਂ ਦਸਤਾਰਾਂ ਲਪੇਟਦੇ ਆ, ਸਿਰ ਢੱਕਦੇ ਆ, ਤੇ ਨਾਲੇ ਉਹਨਾਂ ਨੂੰ ਇੱਦਾਂ ਬਖਸ਼ਾ ਕਰਦੇ। ਪ੍ਰੀਤਮ ਇਹ ਜੰਗ ਦੇ ਮੈਦਾਨ ਵਿੱਚ ਵੇਖ ਰਹੇ ਹਨ, ਘੁੰਮ ਰਹੇ ਹਨ। ਪਰਲੋਕ ਸੁਖ ਬਿਲਾਸੇ ਜਾਈ, ਮਮ ਹਿਤ ਪ੍ਰਾਣ ਦੀਨੇ ਇਨ ਆਈ। ਜਿਨ੍ਹਾਂ ਨੇ ਮੇਰੇ ਵਾਸਤੇ ਜਾਨ ਵਾਰੀ ਹੈ, ਇਹਨਾਂ ਨੂੰ ਫਿਰ ਪਰਲੋਕ ਦੇ ਵਿੱਚ ਆਨੰਦ ਮਿਲੇਗਾ, ਉੱਥੇ ਵਾਸਾ ਹੋਵੇਗਾ। ਹਰੇ ਪ੍ਰੇਮ ਬੈਠੇ ਤਿਨ ਤੀਰ, ਕਹਿ ਪ੍ਰਸ਼ੰਸਾ ਹੈ ਮਮ ਵੀਰ। ਔਰ ਇਸ ਤਰ੍ਹਾਂ ਬੜੇ ਪ੍ਰੇਮ ਦੇ ਨਾਲ ਉਹਨਾਂ ਯੋਧਿਆਂ ਨੂੰ ਮੁੱਖ ਝਾੜਦੇ ਆ, ਪਿਆਰ ਕਰਦੇ ਆ। ਜਿਸ ਦੀ ਦਸਤਾਰ ਖੁੱਲ੍ਹ ਗਈ, ਦਸਤਾਰ ਸਿਰ 'ਤੇ ਲਪੇਟਦੇ ਆ। ਔਰ ਉਹਨਾਂ ਗੁਰੂ ਪਿਆਰਿਓ ਮੁਕਤਿਆਂ ਦੀ, ਉਹਨਾਂ ਮੁਕਤਸਰ ਸਾਹਿਬ ਦੇ ਯੋਧਿਆਂ ਦੀ ਪ੍ਰਸ਼ੰਸਾ ਕਰ ਰਹੇ ਹਨ। ਕਹਿ ਕਰ ਮੇ ਜਾਮੇ ਗੋਪਾਲਾ, ਪੋਛੇ ਮੁਖ ਤਰ ਪ੍ਰੀਤ ਵਿਸਾਲਾ। ਔਰ ਕਿਸੇ ਦੇ ਕੋਲ ਬੈਠ ਕਰਕੇ ਉਸ ਦਾ ਮੁਖ ਪੂੰਝਦੇ ਹਨ, ਰੇਤਾ ਲਾਉਂਦੇ ਹਨ ਮੂੰਹ ਤੋਂ। ਜਥਾ ਪੁੱਤਰ ਕੋ ਪਿਤਾ ਨਿਹਾਰੈ, ਪਹੁੰਚਤ ਆਂਗਨ ਗੁਲਨ ਉਚਾਰ ਹੈ। ਜਿਵੇਂ ਇੱਕ ਪਿਤਾ ਆਪਣੇ ਪੁੱਤਰ ਨੂੰ ਪਿਆਰ ਕਰਦਾ ਹੈ, ਐਸਾ ਹੀ ਪਿਆਰ ਮੇਰੇ ਪ੍ਰੀਤਮ ਆਪਣੇ ਸਿੱਖਾਂ ਨੂੰ ਕਰਦੇ ਹਨ। ਉਹਨਾਂ ਦੇ ਮੁਖ ਤੋਂ ਰੇਤਾ ਲਾ ਕੇ ਕੱਪੜੇ ਨਾਲ, ਆਪਣੇ ਚੋਲੇ ਨਾਲ ਉਹਨਾਂ ਦੇ ਗੁਣਾਂ ਨੂੰ ਗਾਉਂਦੇ ਐ। ਆਸ਼ੀਰਵਾਦ ਲੋਚਨ ਤੇ ਡਰ ਹੈ, ਪੁਨ ਦੋਸਰ ਕੇ ਪਾਸ ਸਿਧਾਰੈ। ਔਰ ਨਾਲੇ ਅੱਖਾਂ ਦੇ ਕੁਝ ਹੰਝੂ ਵੀ ਉਹਨਾਂ ਦੇ ਚਿਹਰੇ ਤੇ ਡਿੱਗਦੇ, ਆਪਣੇ ਸਾਹਿਬਜ਼ਾਦਿਆਂ ਤੇ ਹੰਝੂ ਨਹੀਂ ਡੇਗ ਕੇ ਆਏ। ਕੋ ਸਤਨਾਮ।
ਪਰ ਇਹਨਾਂ ਸਿੰਘਾਂ ਦੇ ਉੱਤੇ ਗੁਰੂ ਪਿਆਰੇ ਪਾਤਸ਼ਾਹ ਬਲਿਹਾਰੇ ਜਾ ਰਹੇ ਹਨ। ਹਰ ਕੋ ਦੀਤ ਕਰਤ ਕੋ ਚਾਰ ਹੈ, ਇਤੁਤ ਵਿਚਰਤ ਸਿੰਘ ਨਿਹਾਰੈ। ਸਾਰੇ ਸ਼ਹੀਦ ਹੋਏ ਸਿੰਘਾਂ ਨੂੰ ਵੇਖ ਰਹੇ ਹੈ, ਨਾਲੇ ਬਖਸ਼ਾਂ ਕਰਦੇ ਆ, ਨਾਲੇ ਮੁਖ ਤੋਂ ਗਰਦਾ ਲਾਉਂਦੇ ਆ, ਦਸਤਾਰਾਂ ਬੰਨ੍ਹਦੇ ਹਨ, ਤੇ ਨਾਲੇ ਸਾਰੇ ਸਿੰਘਾਂ ਨੂੰ ਲੱਭ ਰਹੇ ਹਨ ਕੋਈ ਸ਼ਾਇਦ ਵਿੱਚੋਂ ਜਿਉਂਦਾ ਮਿਲ ਜਾਵੇ। ਸਤਵਾਰਿਸ ਵਿਖੇ ਇੱਕ ਜੀਵਤ, ਕਾਵਨ ਤੇ ਸਹਿ ਕਤ ਮ੍ਰਿਤ ਥੀਵਤ। ਇਹਨਾਂ 40 ਵਿੱਚੋਂ ਕੋਈ ਜਿਉਂਦਾ ਮਿਲ ਜਾਵੇ ਤਾਂ ਮਿਲ ਗਿਆ ਚਲਦੇ ਚਲਦੇ। ਕਰ ਸਮੀਪ ਜਾਏ ਕਰ ਸੁਆਮੀ, ਬੈਠ ਗਏ ਤੈ ਅੰਤਰ ਜਾਮੀ। ਉਹ ਇੱਕ ਜਿਉਂਦਾ ਮਿਲ ਗਿਆ ਜਿਹੜਾ ਇਹਨਾਂ ਦਾ ਮੁਖੀ ਜਰਨੈਲ ਸੀ। ਸਤਿਗੁਰੂ ਤੇਜ਼ੀ ਨਾਲ ਇਹਦੇ ਕੋਲ ਗਏ, ਹੱਥ ਪੈਰ ਹਲਦਾ ਵੇਖਿਆ, ਸਹਿਕਦਾ ਵੇਖਿਆ, ਸਰੀਰ ਸਵਾਸ ਚੱਲਦਾ ਵੇਖਿਆ, ਛੇਤੀ ਨਾਲ ਉਹਦੇ ਕੋਲ ਗਏ ਨੇ, ਚੌਂਕੜਾ ਮਾਰਿਆ। ਬੰਦ ਬੰਦ ਬੈ ਜਿਸ ਕੋ ਸਵਾਸਾ, ਡਰਿਓ ਬਹੁਤ ਤ੍ਰਿਪ ਕਰੇ ਵਿਨਾਸ਼ਾ। ਜਿਸ ਦੇ ਆਸੇ ਪਾਸੇ ਹਜ਼ਾਰਾਂ ਹੀ ਦੁਸ਼ਮਣ ਵੱਢਿਆ ਪਿਆ ਹੈ, ਔਰ ਹੌਲੀ ਹੌਲੀ ਉਹਦਾ ਸਵਾਸ ਹਾਲੇ ਚੱਲ ਰਿਹਾ ਸੀ। ਪੁੰਜ ਕਾਵ ਤਨ ਮੇ ਲਗ ਰਹੈ, ਦੇ ਦਰਸ ਗੁਰ ਚਿਤ ਮੈਂ ਚਹੈ। ਔਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਨ੍ਹਾਂ ਨੇ ਦੇਖਿਆ ਕਿ ਇਹਦੇ ਸਰੀਰ ਤੇ ਬਹੁਤ ਸਾਰੇ ਜ਼ਖਮ ਲੱਗੇ ਨੇ, ਇਹਦੀ ਜਾਨ ਕਿਉਂ ਨਹੀਂ ਨਿਕਲੀ, ਬਾਕੀ ਸਭ ਦੀ ਨਿਕਲ ਗਈ ਭਲਾ? ਕਿਉਂਕਿ ਗੁਰੂ ਦੇ ਚਰਨਾਂ 'ਚੋਂ ਕਾਲ ਵੀ ਲਿਜਾ ਨਹੀਂ ਸਕਦਾ ਸਿੱਖ ਨੂੰ, ਜੇ ਸਿੱਖ ਦੀ ਇੱਛਾ ਹੋਵੇ ਕਿ ਮੈਂ ਗੁਰੂ ਨੂੰ ਮਿਲ ਕੇ ਫਿਰ ਜਾਣਾ। ਜਿੰਨਾ ਚਿਰ ਉਹਦੀ ਇੱਛਾ ਬਣੀ ਰਹੂਗੀ ਨਾ, ਸੰਸਾਰੀ ਲੋਕ ਲਮਕਦੇ ਆ, ਉਹ ਕਹਿੰਦੇ ਮੇਰਾ ਪਿਓ ਮੇਰਾ ਪੁੱਤ ਕੀ ਕਰੂਗਾ, ਮੇਰੀ ਧੀ ਕੀ ਕਰੂਗੀ, ਉਹ ਉਸ ਤਰ੍ਹਾਂ ਲਮਕਦੇ ਰਹਿੰਦੇ ਆ, ਉਹਨਾਂ ਦੀ ਜਾਨ ਜਵਾਕਾਂ 'ਚ ਅੜੀ ਰਹਿੰਦੀ ਆ। ਤੋ ਪੁਰਾਣੇ ਸਮਿਆਂ ਤੋਂ ਜਿਹੜਾ ਬਜ਼ੁਰਗਾਂ ਦੇ ਕੋਲ ਜਿਹੜੇ ਲਮਕ ਜਾਂਦੇ ਸੀ, 2-2 3-3 ਮਹੀਨੇ ਲੰਮੇ ਪਏ, ਸਾਹ ਚੱਲਦਾ ਰਹਿੰਦਾ, ਨਾ ਬੋਲਦੇ ਨਾ ਚੱਲਦੇ, ਸਾਹ ਚੱਲੀ ਜਾਂਦਾ, ਚੱਕ ਕੇ ਸੰਸਕਾਰ ਵੀ ਨਹੀਂ ਕਰਨ ਜੋਗੇ ਉਹਨਾਂ ਦਾ ਆਪਾਂ। ਤਾਂ ਫਿਰ ਸਿਆਣਿਆਂ ਨੇ ਵੇਖਿਆ ਵੀ ਇਹ ਫਸੇ ਹੋਏ ਨੇ, ਬ੍ਰਹਮ ਗਿਆਨੀ ਨੇ ਵੇਖਿਆ ਵੀ ਕਿਤੇ ਅੜੇ ਹੋਏ ਆ, ਇਹਨਾਂ ਨੂੰ ਗੀਤਾ ਦਾ ਪਾਠ ਸੁਣਾਓ। ਪੁਰਾਣੇ ਸਮੇਂ ਗੀਤਾ ਦਾ ਪਾਠ ਸੁਣਾਉਂਦੇ ਸੀਗੇ। ਜਦੋਂ ਗੁਰਮਤਿ ਚੱਲੀ ਤੇ ਫਿਰ ਅਸੀਂ ਜਪਜੀ ਸਾਹਿਬ, ਸੁਖਮਨੀ ਸਾਹਿਬ ਆਦਿ ਜਾਂ ਉਹਦੇ ਕੋਲ ਗੁਰਮੰਤਰ ਦਾ ਜਾਪ ਕਰਨਾ। ਤੇ ਜਦੋਂ ਹੀ ਉਹਦੀ ਸੁਰਤ 1 ਮਿੰਟ ਵੀ ਸ਼ਬਦ ਵੱਲ ਆਈ, ਗੁਰਬਾਣੀ ਵੱਲ ਆਈ, ਤਾਂ ਤੁਰੰਤ ਹੀ ਉਹ ਸੁਰਤ ਜਿਹੜੀ ਹੈ ਗੰਢ ਖੁੱਲ੍ਹ ਜਾਂਦੀ ਸੀ ਉਸ ਦੀ, ਤੇ ਉਹ ਨਿਕਲ ਜਾਂਦੀ ਸੀ, ਸਵਾਸ ਰੁਕ ਜਾਂਦੇ ਸੀ, ਸਰੀਰ ਛੱਡ ਜਾਂਦਾ ਸੀ ਬੰਦਾ। ਪਰ ਭਾਈ ਮਹਾਂ ਸਿੰਘ ਦੀ ਜਾਨ ਅੜੀ ਹੈ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ। ਕਹੋ ਸਤਿਨਾਮ। ਜਾਨ ਇਹਦੀ ਵੀ ਫਸੀ ਹੋਈ ਆ ਗੁਰੂ ਸਾਹਿਬ ਦੇ ਚਰਨਾਂ 'ਚ। ਇਹ ਕਹਿੰਦਾ ਹੈ ਕਿ ਜਿੰਨਾ ਚਿਰ ਮੈਂ ਗੁਰੂ ਨੂੰ ਮਿਲ ਕੇ ਵਿਦਾਵਾ ਪੜਵਾਉਣਾ ਨਹੀਂ, ਉਹਨਾਂ ਚਿਰ ਮੈਂ ਸਰੀਰ ਛੱਡਣਾ ਨਹੀਂ, ਤੇ ਕਾਲ ਵੀ ਇਹਨੂੰ ਲਿਜਾ ਨਹੀਂ ਸਕਦਾ। ਕਹੋ ਸਤਿਨਾਮ। ਕਿਉਂਕਿ ਗੁਰੂ ਦੇ ਥੱਲੇ ਆ ਕਾਲ। ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਅਨੰਤ। ਇਹ ਸਾਰੇ ਪਰਮੇਸ਼ਰ ਦੇ ਹੁਕਮ ਵਿੱਚ ਹਨ। ਗੁਰੂ ਤੇ ਪਰਮੇਸ਼ਰ ਇੱਕੋ ਹੀ ਸਰੂਪ ਹੈ। ਤੇ ਸਤਿਗੁਰਾਂ ਨੇ ਵੇਖਿਆ ਵੀ ਆਹ ਇੱਕ ਪਿਆ ਹੈ ਮਹਾਂ ਸਿੰਘ ਜਰਨੈਲ ਇਹਨਾਂ ਫੌਜਾਂ ਦਾ। ਪਾਤਸ਼ਾਹ ਉਹਦੇ ਸਿਰਹਾਣੇ ਬੈਠ ਗਏ, ਚੌਂਕੜਾ ਮਾਰਦੇ ਹਨ। ਬੈਠ ਨਾਥ ਕਰ ਕਮਲ ਸਪਰਸ਼ਾ, ਦੀਨਸ ਅਪਰਮੈ ਉਰ ਹਰਸ਼ਾ। ਔਰ ਪ੍ਰਸੰਨ ਹੋ ਕੇ ਦਿਲ ਦੀ ਬੜੀ ਖੁਸ਼ੀ ਇਸ ਤੇ ਵਰਸਾਉਣ ਲੱਗੇ। ਇਸ ਦਾ ਸਿਰ ਚੱਕਿਆ ਤੇ ਆਪਣੀ ਝੋਲੀ ਵਿੱਚ ਰੱਖਿਆ ਹੈ ਜੀ। ਮਹਾ ਸਿੰਘ ਆਪਨੈਨ ਉਖਾਰੋ, ਚਹਿਤ ਦਰਸ ਚਿਤ ਨਿਕਟ ਨਿਹਾਰੋ। ਉਹ ਮਹਾਂ ਸਿੰਘ ਅੱਖਾਂ ਖੋਲ, ਤੂੰ ਅਰਦਾਸਾਂ ਕਰ ਰਿਹਾ ਸੀ ਗੁਰੂ ਨੂੰ ਮਿਲ ਕੇ ਜਾਣਾ ਹੈ, ਹਲੇ ਨਹੀਂ ਜਾਣਾ। ਆ ਖੋਲ ਅੱਖਾਂ, ਕਰ ਲੈ ਦਰਸ਼ਨ ਹੁਣ। ਤੁਝ ਪਰ ਹਮ ਪ੍ਰਸੰਨ ਬਹੁ ਹੈ, ਸੋ ਅਬ ਦੇ ਚਾਹੇ ਜਿਸ ਲਹੈ। ਮੈਂ ਤੇਰੇ ਤੇ ਬਹੁਤ ਖੁਸ਼ ਹਾਂ, ਹੁਣ ਤੂੰ ਜੋ ਮੰਗੇਗਾ ਤੈਨੂੰ ਉਹੀ ਦੇਵਾਂਗਾ। ਅਨ ਸੁਰ ਸਮਸਰ ਗਿਰਾ ਗਹੀਰਾ, ਸੁਨ ਕਰ ਦਰਸ਼ਨ ਹੀਰ ਸੋ ਤੀਰ। ਔਰ ਜਿਸ ਵੇਲੇ ਸਤਿਗੁਰਾਂ ਦੀ ਇਹ ਮਿੱਠੀ ਆਵਾਜ਼ ਸਰਵਣ ਕੀਤੀ ਹੈ, ਮਹਾਂ ਸਿੰਘ ਦੇ ਕੰਨ ਵਿੱਚ ਪਈ ਹੈ, ਤਾਂ ਗੁਰੂ ਪਿਆਰਿਓ ਉਸਨੇ ਤੁਰੰਤ ਨੇਤਰ ਖੋਲੇ ਹਨ। ਤਰਤ ਲੋਚਨ ਤੁਰਤ ਉਖਾਰੇ, ਅੰਤ ਸਮੇਂ ਬਿਕ ਕਰ ਨਿਜ ਪਿਆਰੇ। ਔਰ ਆਪਣੀਆਂ ਅੱਖਾਂ ਨੂੰ ਖੋਲਿਆ, ਉਘਾੜਿਆ, ਅੰਤ ਸਮੇਂ ਸਤਿਗੁਰਾਂ ਦੇ ਦਰਸ਼ਨ ਕਰਨ ਲੱਗਿਆ। ਤੁਲਤ ਮੋਦਰੇ ਦੇ ਹੋਇਆਇਓ, ਜਨ ਵੱਡ ਰੌਰੀ ਅੰਮ੍ਰਿਤ ਪਾਇਓ। ਜਨ ਵੱਡ ਰੋਗੀ ਅੰਮ੍ਰਿਤ ਪਾਇਓ। ਜਿਵੇਂ ਕਿਸੇ ਮਰਦੇ ਨੂੰ ਪਿਆਸੇ ਨੂੰ ਪਾਣੀ ਮਿਲ ਜਾਵੇ, ਜਿਵੇਂ ਕਿਸੇ ਰੋਗੀ ਨੂੰ ਅੰਮ੍ਰਿਤ ਮਿਲ ਜਾਵੇ। ਅੰਮ੍ਰਿਤ ਇੱਕ ਐਸੀ ਦਾਤ ਹੈ ਪਰਮੇਸ਼ਰ ਦੀ ਕਿ ਇਹ ਬਿਮਾਰੀਆਂ ਵੀ ਕੱਟ ਦਿੰਦੀ ਆ। ਕੋਈ ਸਤਿਨਾਮ।
ਤਾਂ ਇਸ ਕਰਕੇ ਮਾਨੋ ਸਤਿਗੁਰ ਦੇ ਬਚਨ ਇਹਦੇ ਕੰਨ ਵਿੱਚ ਅੰਮ੍ਰਿਤ ਵਾਂਗੂ ਪਏ ਔਰ ਇਹਨੇ ਅੱਖਾਂ ਖੋਲੀਆਂ, ਦਰਸ਼ਨ ਕੀਤੇ, ਬੜਾ ਖੁਸ਼ ਹੋਇਆ ਹੈ ਜੀ। ਪੁਨ ਗੁਰ ਬਨਿਓ ਮਾਗ ਸਿੰਘ ਮੇਰੇ, ਜਿਸ ਪ੍ਰਕਾਰ ਕੀ ਬਾਛਾ ਤੇਰੇ। ਔਰ ਕਹਿੰਦੇ ਇੱਕ ਵਾਰ ਨੇਤਰ ਖੋਲ ਕੇ ਇਹਨੇ ਬੰਦ ਕਰ ਲਏ। ਪਾਤਸ਼ਾਹ ਕਹਿੰਦੇ ਖੋਲ। ਕਹਿਣ ਲੱਗਿਆ ਜੀ ਮੈਂ ਤੁਹਾਡੇ ਨਾਲ ਕਿਵੇਂ ਨੇਤਰ ਮਿਲਾਵਾਂ, ਅਸੀਂ ਤੁਹਾਨੂੰ ਬੇਦਾਵਾ ਲਿਖ ਕੇ ਆ ਗਏ ਹਾਂ। ਪਾਤਸ਼ਾਹ ਫਿਰ ਕਹਿੰਦੇ ਮਹਾਸਿਆ ਮੰਗ ਕੋਈ ਸਾਡੇ ਕੋਲੋਂ, ਜੋ ਵੀ ਹੁਣ ਮੰਗੇਗਾ ਮੈਂ ਉਹੀ ਦੇਣ ਨੂੰ ਤਿਆਰ ਹਾਂ। ਵਾਸਤ ਅਦੀਨਾਸ ਕੋਈ, ਤੁਮ ਜਾਚੀ ਤੇ ਦੀਨਾ ਜੋਈ। ਐਸੀ ਕਿਹੜੀ ਵਸਤੂ ਹੈ ਜਿਹੜੀ ਤੂੰ ਮੰਗੇ ਤੇ ਮੈਂ ਦੇ ਨਾ ਸਕਾਂ। ਭਾਵ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਪਾਵੇ ਦੇ ਮਹਾਵਾਕ ਅਨੁਸਾਰ ਮਹਾਸਿਆ ਕੋਈ ਵੀ ਐਸੀ ਵਸਤੂ ਨਹੀਂ ਜਿਹੜੀ ਮੈਂ ਤੈਨੂੰ ਨਾ ਦੇਵਾਂ। ਵਸਤ ਅਦੇ ਨਹੀਂ ਅਸ ਕੋਈ ਜਿਹੜੀ ਨਾ ਦੇਵਾਂ। ਤੂੰ ਮੰਗ ਲੈ ਇੱਕ ਵਾਰੀ ਮੈਥੋਂ। ਜਗ ਸਭ ਰਾਜ ਸੇਤ ਸੁਖ ਜੀਤੇ, ਜਾਚਨ ਕਰੇ ਦਿਓ ਅਬ ਦੇਤੇ। ਜੇ ਕਹੂੰ ਤਾਂ ਤੈਨੂੰ ਸਾਰੇ ਸੁੱਖਾਂ ਸਹੂਲਤਾਂ ਸਮੇਤ ਇਹ ਸ੍ਰਿਸ਼ਟੀ ਦਾ ਰਾਜਾ ਬਣਾ ਦਿਆਂ। ਮੁਕਤ ਚਤੁਰਤਾ ਆਹੇ ਪਰਲੋਕ, ਜਾਚ ਲਿਓ ਪਿਆਰੇ ਬਿਨ ਸ਼ੋਕ। ਔਰ ਚਾਰੇ ਤਰ੍ਹਾਂ ਦੀ ਮੁਕਤੀ, ਚਾਰ ਤਰ੍ਹਾਂ ਦੀ ਮੁਕਤੀ ਹੈ। ਇੱਕ ਸਮੀਮ ਮੁਕਤੀ ਹੁੰਦੀ ਹੈ, ਗੁਰੂ ਦੇ ਕੋਲ ਰਹਿਣਾ, ਪਰਮੇਸ਼ਰ ਦੇ ਕੋਲ ਰਹਿਣਾ। ਇੱਕ ਮੁਕਤੀ ਹੁੰਦੀ ਹੈ ਜੀਵ ਜਿੱਥੇ ਮਰਜੀ ਜਾਵੇ ਉਹ ਵੀ ਮੁਕਤ ਹੈ। ਤੇ ਅਨੇਕਾਂ ਤਰ੍ਹਾਂ ਦੀ ਮੁਕਤੀ ਹੈ। ਪਾਤਸ਼ਾਹ ਕਹਿੰਦੇ ਚਾਰੇ ਤਰ੍ਹਾਂ ਦੀ ਮੁਕਤੀ ਜਿਹੜੀ ਹੈ ਸਿੱਖਾ ਮੈਂ ਤੈਨੂੰ ਦੇ ਸਕਦਾ ਹਾਂ, ਮੰਗ ਲੈ। ਅੰਤ ਸਮੇਂ ਬਿਕ ਦਰਸ ਤੁਹਾਰਾ, ਉਪਜੋ ਹਿਰਦੇ ਆਨੰਦ ਉਦਾਰਾ। ਤਾਂ ਗੁਰੂ ਪਿਆਰਿਓ ਜਿਸ ਵੇਲੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਮੰਗ ਲੈ ਜੋ ਮੰਗਣਾ ਹੈ, ਮੈਂ ਤੈਨੂੰ ਸਭ ਕੁਝ ਦੇਣ ਨੂੰ ਤਿਆਰ ਹਾਂ। ਸੁਣ ਕਰ ਮਹਾ ਸਿੰਘ ਤਾ ਭਾਖਾ, ਪ੍ਰਭ ਜੀ ਅਵਨਾ ਰਹੀ ਅਵਲਾਖਾ। ਮਹਾ ਸਿੰਘ ਕਹਿੰਦਾ ਕੁਛ ਮੰਗਣਾ ਬਾਕੀ ਰਿਹਾ ਹੀ ਨਹੀਂ ਮਹਾਰਾਜ। ਅੰਤ ਸਮੇਂ ਬਿਕ ਦਰਸ ਤੁਹਾਰਾ, ਉਪਜੋ ਹਿਰਦੇ ਆਨੰਦ ਉਦਾਰਾ। ਆ ਜਿਹੜਾ ਜਾਂਦੇ ਜਾਂਦੇ ਤੁਹਾਡੇ ਦਰਸ਼ਨ ਹੋ ਗਏ ਸਰੀਰ ਤਿਆਗਣ ਵੇਲੇ, ਇਦੋਂ ਵੱਡਾ ਹੋਰ ਕੀ ਹੋ ਸਕਦਾ ਹੈ। ਸਕਲ ਬਾਸ਼ਨਾ ਪਰਨ ਕਰੀ, ਰਾਵਰ ਕੀ ਮੂਰਤ ਉਰਤਰੀ। ਸੰਸਾਰ ਦੀਆਂ ਤਾਂ ਸਾਰੀਆਂ ਵਾਸ਼ਨਾਵਾਂ ਖਤਮ ਹੋ ਗਈਆਂ ਦਰਸ਼ਨ ਕਰਕੇ। ਮੈਂ ਆਖਰੀ ਸਮੇਂ ਤੁਹਾਡੇ ਸਰੂਪ ਦੇ ਧਿਆਨ ਧਰ ਲਿਆ ਹੈ, ਤੁਹਾਡੇ ਦਰਸ਼ਨ ਹੋ ਗਏ। ਮੁਖ ਕਿਰਪਾ ਕਰਤ ਪੁਨ ਕਹਿਓ, ਤੁਮਰੋ ਕਰਮ ਸੋ ਉਤਮ ਲਹਿਓ। ਸਤਿਗੁਰੂ ਪਾਤਸ਼ਾਹ ਕਹਿੰਦੇ ਮਹਾਸਿਆ ਤੇਰਾ ਕਰਮ, ਪਿਛਲਾ ਕਰਮ ਬਹੁਤ ਉੱਤਮ ਹੈ। ਕਹਿਓ ਜਾਚਨਾ ਅਬੇ ਜ਼ਰੂਰ, ਜਿਸ ਵਿਦ ਕੀ ਬਾਛਾ ਉਰਪੂਰ। ਤੇਰੇ ਕਰਮ ਬਹੁਤ ਚੰਗੇ ਹੈ, ਇਹ ਤਾਂ ਤੈਨੂੰ ਮਿਲ ਗਿਆ, ਆਖਰੀ ਸਮੇਂ ਦਰਸ਼ਨ ਮਿਲ ਗਿਆ। ਪਰ ਕੁਝ ਹੋਰ ਮੰਗ, ਮੈਂ ਤੈਨੂੰ ਦੇਣਾ ਚਾਹੁੰਦਾ। ਜੀਵਨ ਆਪਣੋ ਜੇ ਅਬਲਖੈ, ਕਰੇ ਜੀਵਾਵਨ ਪ੍ਰਾਨੀ ਰਾਖੈ। ਜੇ ਤੂੰ ਚਾਹੇ ਲੰਬਾ ਜੀਵਨ ਜਿਉਣਾ ਤਾਂ ਮੈਂ ਤੈਨੂੰ ਸਹੀ ਸਲਾਮਤ ਹੁਣੇ ਕਰਦੇ ਆ। ਕੋਈ ਗੱਲ ਨਹੀਂ, ਜ਼ਖਮ ਹੈ ਤੇ ਫਿਰ ਕੀ ਹੋ ਗਿਆ, ਤਾਂ ਹੁਣ ਖਤਮ ਕਰ ਦਿਆਂਗੇ। ਜੇ ਤੂੰ ਹੋਰ ਜਿਉਂਦਾ ਚਾਹੁੰਦਾ ਹੈ, ਜਾਣ ਲਿਓ ਅਸ ਖੁਸ਼ੀ ਹਮਾਰੀ, ਹਿਤ ਦੇ ਬਨ ਕੇ ਚੌਪ ਉਦਾਰੀ। ਬਸ ਇਹ ਸਮਝ ਲਾ ਕਿ ਮੇਰਾ ਉਹਨਾਂ ਚਿਰ ਚਿੱਤ ਖੜਦਾ ਨਹੀਂ ਜਿੰਨਾ ਚਿਰ ਮੈਂ ਤੈਨੂੰ ਕੁਛ ਦੇਵਾਂ ਨਾ। ਕਹੋ ਸਤਿਨਾਮ। ਕਿਉਂਕਿ ਜਦੋਂ ਗੁਰੂ ਖੁਸ਼ੀ ਦੇ ਘਰ ਚ ਆਉਂਦਾ ਨਾ, ਫਿਰ ਉਹ ਕਹਿੰਦਾ ਵੀ ਸਿੱਖਾ ਮੰਗ ਤਾਂ ਸਹੀ, ਤੂੰ ਮੰਗਦਾ ਕਿਉਂ ਨਹੀਂ। ਛੋਟੀ ਜੀ ਗੱਲ, ਕਹਿੰਦੇ ਕ੍ਰਿਸ਼ਨ ਜੀ ਬੜੇ ਉਦਾਸ ਬੈਠੇ ਐ। ਰੁਕਮਣੀ ਕਹਿੰਦੀ ਮਹਾਰਾਜ ਕੀ ਗੱਲ ਹੈ, ਤੁਸੀਂ ਉਦਾਸ ਕਿਉਂ। ਕਹਿੰਦੇ ਮੇਰਾ ਭਗਤ ਜਿਹੜਾ ਬੜਾ ਦੁਖੀ ਹੈ, ਬੜਾ ਗਰੀਬੀ ਕੰਗਾਲੀ ਚ, ਤੇ ਫਿਰ ਦੇ ਦਿਓ ਕੁਛ। ਕਹਿੰਦੇ ਦੇਵਾਂ ਤਾਂ ਜੀ ਉਹ ਮੰਗੇ, ਮੰਗੇ ਤੋਂ ਬਿਨਾਂ ਦੇਣਾ ਵੀ ਔਖਾ ਹੈ, ਤੇ ਗੁਰੂ ਸਾਹਿਬ ਦਿੱਤੇ ਬਿਨਾਂ ਰਹਿ ਵੀ ਨਹੀਂ ਸਕਦੇ। ਕਹੋ ਸਤਿਨਾਮ ਸੀ। ਦਿੱਤੇ ਬਿਨਾਂ ਰਹਿ ਵੀ ਨਹੀਂ ਸਕਦੇ। ਇਸ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਮਹਾਸਿਆ ਮੈਂ ਜ਼ਰੂਰ ਤੈਨੂੰ ਕੁਛ ਦੇਣਾ ਚਾਹੁੰਦਾ, ਤੂੰ ਇੱਕ ਵਾਰੀ ਮੂੰਹ ਚੋਂ ਮੰਗ ਤਾਂ ਸਹੀ। ਬਚਨ ਫਿਰ ਹੋ ਮਾਨੋ ਕਹਿਓ, ਜਾਚ ਲਿਓ ਜੈਸੇ ਚਿਤ ਚਾਹਿਓ। ਔਰ ਮੇਰਾ ਬਚਨ ਮੋੜ ਨਾ ਹੋਣਾ, ਮੇਰੀ ਗੱਲ ਮੰਨ, ਜੋ ਤੇਰਾ ਚਿੱਤ ਕਹਿੰਦਾ ਉਹ ਮੰਗ ਲੈ। ਕਰ ਹਮ ਆਨੰਦ ਕੋ ਮਾਨੇ, ਆਤੇ ਬਾਰੀ ਬਾਰ ਬਖਾਨੇ। ਬਸ ਗੁਰੂ ਘਰ ਦੇ ਵਿੱਚ ਇਹੋ ਹੀ ਫਰਕ ਹੈ। ਦੁਨੀਆ ਖੋ ਕੇ ਖੁਸ਼ ਹੁੰਦੀ ਹੈ, ਗੁਰੂ ਘਰ 'ਚ ਦੇ ਕੇ ਖੁਸ਼ ਹੁੰਦਾ ਹੈ। ਸਿੱਖ ਦੇ ਵਿੱਚ ਵੀ ਇਹ ਗੁਣ ਭਰਿਆ, ਦੂਜੇ ਦੀ ਮਦਦ ਕਰਕੇ ਖੁਸ਼ ਹੁੰਦਾ, ਦੂਜੇ ਨੂੰ ਦੇ ਕੇ ਉਹਨੂੰ ਖੁਸ਼ੀ ਮਿਲਦੀ ਹੈ, ਆਨੰਦ ਮਿਲਦਾ। ਕਿਸੇ ਗਰੀਬ ਦੀ, ਕਿਸੇ ਲੋੜਵੰਦ ਦੀ ਮਦਦ ਕਰਕੇ। ਇਹ ਗੁਰੂ ਘਰ ਦਾ ਤੇ ਮਨਮੁਖ ਦਾ ਤੇ ਗੁਰਮੁਖ ਦਾ ਇਹੀ ਫਰਕ ਹੈ। ਮਨਮੁਖ ਖੋ ਕੇ ਖੁਸ਼ ਹੁੰਦਾ ਕਿ ਮੈਂ ਇਕੱਠਾ ਕਰ ਲਿਆ, ਗੁਰਮੁਖ ਦੇ ਕੇ ਖੁਸ਼ ਹੁੰਦਾ। ਕਹੋ ਸਤਿਨਾਮ। ਸ੍ਰੀ ਵਾਹਿਗੁਰੂ। ਬਾਬੇ ਨਾਨਕ ਦਾ ਵੀ ਇਹੀ ਸੁਭਾਅ ਮੋਦੀ ਖਾਨੇ ਤੇ।
ਦਿੰਦੇ ਹੀ ਜਾ ਰਹੇ ਆ ਦਾਤਾ, ਭਾਵੇਂ ਦੁਨੀਆ ਕੁਛ ਵੀ ਕਹੀ ਗਈ। ਤਾਂ ਖੈਰ ਪਾਤਸ਼ਾਹ ਕਹਿੰਦੇ ਮਹਾਂ ਸਿਆਂ ਤੂੰ ਮੰਗੇਗਾ ਨਾ ਮੈਨੂੰ ਖੁਸ਼ੀ ਹੋਊਗੀ, ਤੇ ਮੈਨੂੰ ਉਹ ਆਨੰਦ ਬਖਸ਼, ਮੈਂ ਉਹ ਆਨੰਦ ਲੈਣਾ ਚਾਹੁੰਦਾ, ਤੂੰ ਕੁਛ ਮੰਗ ਤੇ ਮੈਂ ਤੈਨੂੰ ਦੇਵਾਂ। ਬਖਸ਼ਿਸ਼ ਬਖਸ਼ੇ ਤੁਮੇ ਨ ਜਾਵਦ, ਨੈ ਅਣਦ ਹਮਰੇ ਹੋ ਤਾਵਦ। ਜਿੰਨਾ ਚਿਰ ਮੈਂ ਤੇਰੀ ਇੱਛਾ ਪੂਰੀ ਨਹੀਂ ਕਰਦਾ, ਆਖਰੀ ਤੂੰ ਮੰਗਦਾ ਨਹੀਂ, ਉਹਨਾਂ ਚਿਰ ਮੈਂ ਖੁਸ਼ ਨਹੀਂ ਆ। ਦੇਖੋ ਕਿੰਨਾ ਜ਼ੋਰ ਲਾ ਰਹੇ ਆ ਮੇਰੇ ਪ੍ਰੀਤਮ, ਕਿੰਨੇ ਖੁਸ਼ ਹੋਏ ਆ ਭਾਈ ਮਹਾਂ ਸਿੰਘ ਅਤੇ ਮਾਝੀ ਵਾਲੇ ਸਿੰਘਾਂ ਤੇ, ਖੁਸ਼ ਹੋ ਰਹੇ ਨੇ। ਗੁਰੂ ਪਿਆਰੂ ਵਿਛੜਿਆ ਹੋਇਆ ਪੁੱਤ ਘਰੇ ਮੁੜ ਆਵੇ ਨਾ ਹੱਥਾਂ ਨੂੰ, ਫਿਰ ਮਾਂ ਪਿਓ ਨੂੰ ਕਿੰਨੀ ਖੁਸ਼ੀ ਹੁੰਦੀ ਹੈ। ਗਵਾਚਿਆ ਬੱਚਾ ਜਦ ਮਿਲ ਜਾਂਦਾ ਕਿਤੇ, ਇਹ ਵੀ ਵਿਛੜ ਚੁੱਕੇ ਸੀ, ਗਵਾ ਚੁੱਕੇ ਸੀ, ਸੰਸਾਰ ਦੇ ਮੋਹ ਮਮਤਾ ਵਿੱਚ ਵਿਦਾਵਾ ਲਿਖ ਚੁੱਕੇ ਸੀ। ਤਾਂ ਪਾਤਸ਼ਾਹ ਕਹਿੰਦੇ ਮਿੱਤਰਾ ਜਿੰਨਾ ਚਿਰ ਤੂੰ ਮੰਗਦਾ ਨਹੀਂ ਮੈਂ ਖੁਸ਼ ਨਹੀਂ ਆ। ਮਹਾਂ ਸਿੰਘ ਸੁਨ ਹਿਰਦੇ ਵਿਚਾਰੀ, ਪ੍ਰਭ ਕੀ ਉਪਜੀ ਖੁਸ਼ੀ ਉਧਾਰੀ। ਭਾਈ ਮਹਾਂ ਸਿੰਘ ਦੇ ਹੁਣ ਹਿਰਦੇ ਵਿੱਚ ਇਹ ਗੱਲ ਆਈ ਵੀ ਗੁਰੂ ਹੁਣ ਦਿੱਤੇ ਬਿਨਾਂ ਰਹਿੰਦਾ ਨਹੀਂ, ਤੇ ਇਸ ਕਰਕੇ ਮੈਨੂੰ ਮੰਗ ਲੈਣਾ ਚਾਹੀਦਾ। ਕਰ ਗਏ ਵਿਦਾਵਾ ਜੋਏ, ਇਸ ਚਿਨ ਨਹੀਂ ਕੌਪ ਕਨ ਸੋਏ। ਹੁਣ ਗੁਰੂ ਦੇ ਮਨ ਵਿੱਚ ਭੋਰਾ ਵੀ ਗੁੱਸਾ ਨਹੀਂ ਸਾਡੇ ਪ੍ਰਤੀ, ਜਿਹੜਾ ਗੁੱਸਾ ਵਿਦਾਵਾ ਲਿਖਣ ਵੇਲੇ ਸੀਗਾ, ਕਿਉਂਕਿ ਗੁਰੂ ਹਮੇਸ਼ਾ ਉਹ ਜਾਣੀ ਹੁੰਦਾਗਾ। ਕੁਝ ਸਮਾਂ ਹੁੰਦਾ ਹੈਗਾ, ਹਰ ਰਾਏ ਸਾਹਿਬ ਜੀ ਦੇ ਕੋਲ ਭਾਈ ਭਗਤੂ ਦਾ ਪੁੱਤਰ ਰਹਿੰਦਾ ਹੈ ਜੀਵਨ ਸਿੰਘ, ਤੇ ਇੱਕ ਗੋਰਾ। ਜਿਹੜਾ ਗੋਰਾ ਸੀ ਨਾ ਉਹ ਕੁਝ ਗੁਰੂ ਪਿਆਰੋ ਜਿਵੇਂ ਚੌਧਰੀ ਹੁੰਦੇ ਆ ਇੱਦਾਂ ਰਿਹਾ ਕਰਦਾ ਸੀਗਾ। ਇੱਕ ਦਿਨ ਇਹ ਆਪਣੇ ਸੰਗੀਆਂ ਸਾਥੀਆਂ ਸਮੇਤ ਕਿਤੇ ਗੁਰੂ ਹਰ ਰਾਏ ਸਾਹਿਬ ਜੀ ਦੇ ਚਰਨਾਂ ਵਿੱਚ ਬੈਠਾ ਹੈ, ਤੇ ਸਤਿਗੁਰਾਂ ਨੂੰ ਇੱਕ ਸਿੱਖ ਚੌਰ ਕਰ ਰਿਹਾ ਹੈ, ਤੇ ਨਾਲ ਹੀ ਉਹ ਬੱਚੀ ਵੀ ਹੈ ਜਿਹੜੀ ਭਾਈ ਗੋਰੇ ਹੋਰਾਂ ਨੇ ਮਾਂ ਮੰਨੀ ਆ। ਕੀ ਹੋਇਆ ਸੀਗਾ, ਭਾਈ ਭਗਤੂ ਗੁਰੂ ਪਾਤਸ਼ਾਹ ਜੀ ਦੇ ਕੋਲ ਜਾਇਆ ਕਰਦਾ ਸੀਗਾ, ਤੇ ਗੁਰੂ ਪਾਤਸ਼ਾਹ ਜੀ ਨੇ ਗੁਰੂ ਪਿਆਰੋ ਕਿਰਪਾ ਕਰਨੀ, ਉਹ ਭਗਤੂ ਕੋਈ ਚਰਖਾ ਸਹੇੜ ਲੈ। ਵਿਆਹ ਕਰਾਉਣ ਨੂੰ ਚਰਖਾ ਸਹੇੜਨਾ ਕਹਿੰਦੇ ਆ ਪੁਰਾਣੀ ਬੋਲੀ 'ਚ। ਉਹ ਜਦੋਂ ਕਿਤੇ ਜਾਣਾ ਇਹਨਾਂ ਨੇ ਕਹਿਣਾ ਉਹ ਭਗਤੂ ਕੋਈ ਚਰਖਾ ਸਹੇੜ ਲੈ। ਉਹਨੇ ਸੋਚਣਾ ਜੇ ਬੁੜੇ ਹੋਏ ਪਿਆ ਹੁਣੇ ਬਾਬਾ ਇਹੋ ਜਿਹੀਆਂ ਗੱਲਾਂ ਕਿਉਂ ਕਰਦਾ ਮੇਰੇ ਨਾਲ। ਫਿਰ ਇੱਕ ਦਿਨ ਖਿਆਲ ਆਇਆ ਵੀ ਜੇ ਮੈਂ ਨਾ ਇਹ ਜਨਮ 'ਚ ਇਹ ਕੰਮ ਕੀਤਾ, ਬਾਪੂ ਦਾ ਬਚਨ ਨਾ ਪੂਰਾ ਕੀਤਾ, ਤੇ ਕਿਤੇ ਅਗਲਾ ਜਨਮ ਦੁਬਾਰੇ ਵਿਆਹ ਕਰਾਉਣ ਵਾਸਤੇ ਚੱਕਣਾ ਹੀ ਨਾ ਪੈ ਜੇ। ਮੁੜਿਆ ਆ ਰਿਹਾ, ਰਸਤੇ ਵਿੱਚ ਇੱਕ ਬੱਚੀ ਬਾਜਰੇ ਦੇ ਵਿੱਚ ਮਣੇ ਦੇ ਉੱਤੇ ਬੈਠੀ, ਚਾਰ ਟੰਬੇ ਗੱਡ ਕੇ ਮਣਾ ਬਣਾਇਆ ਜਾਂਦਾ, ਉੱਚੇ ਬੈਠ ਕੇ ਬੱਚਾ ਜਾਂ ਕੋਈ ਬੰਦਾ ਉਹ ਚਿੜੀਆਂ ਨੂੰ ਹੋਕਰਦਾ। ਉਹ ਚਿੜੀਆਂ ਹੋਕਰ ਰਹੀ ਆ ਬੱਚੀ, ਤੇ ਭਗਤ ਨੂੰ ਸੋਚਿਆ ਵੀ ਇੱਥੇ ਇੱਛਾ ਪੂਰੀ ਕਰ ਜਾਂਦੇ ਆ ਬਾਪੂ ਦੀ। ਕਹੋ ਸਤਿਨਾਮ। ਉਹ ਗਿਆ ਮਣੇ ਦੇ ਕੋਲ, ਮਣੇ ਕੋਲ ਖੜ ਕੇ ਕਹਿੰਦਾ ਇਹ ਬਾਜਰਿਆ, ਬਾਜਰੇ ਤੇ ਬੈਠੀ ਚਿੜੀਓ, ਇਹ ਕੁਦਰਤ ਧਰਤੀ, ਇਹ ਆਕਾਸ਼, ਤੂੰ ਸਾਰੇ ਗਵਾਹ ਹੈ, ਅਸੀਂ ਚਰਖਾ ਸਹੇੜ ਲਿਆ। ਤੇ ਇੰਨਾ ਕਹਿ ਕੇ ਉਸ ਮਣੇ ਦੇ ਚਾਰ ਪ੍ਰਕਰਮਾਂ ਕਰਤੀਆਂ। ਕਹੋ ਸਤਿਨਾਮ। ਚਾਰ ਪ੍ਰਕਰਮਾਂ ਕਰਕੇ ਤੇ ਕਹਿਣ ਲੱਗਿਆ ਚਰਖਾ ਸੇ ਲੈ। ਬੱਚੀ ਨੂੰ ਸਮਝ ਆ ਗਈ ਬਾਬਾ ਹੀ ਕਰ ਗਿਆ, ਇਹ ਤਾਂ ਵਿਆਹ ਵਾਲਾ ਕੰਮ ਕਰ ਗਿਆ, ਵਿਆਹ ਹੋ ਗਿਆ ਮੇਰਾ। ਕਹੋ ਸਤਿਨਾਮ। ਘਰ ਨੂੰ ਚਲਿਆ ਗਿਆ। ਜਦੋਂ ਕਿਤੇ ਬੱਚੀ ਦਾ ਸਮਾਂ ਆਇਆ ਵਿਆਹਣ ਦਾ, ਪਰਿਵਾਰ ਨੇ ਕਿਹਾ ਬੱਚੀ ਦਾ ਵਿਆਹ ਕਰ ਦਈਏ। ਬੱਚੀ ਕਹਿੰਦੀ ਮੇਰਾ ਵਿਆਹ ਤਾਂ ਹੋ ਗਿਆ। ਕਿਹਦੇ ਨਾਲ? ਕਹਿੰਦੀ ਇੱਕ ਬਾਬਾ ਸੀਗਾ, ਇੱਥੋਂ ਦੀ ਟੱਪਦਾ ਹੁੰਦਾ ਸੀਗਾ, ਤੇ ਇੱਕ ਦਿਨ ਮਣੇ ਦੇ ਦੁਆਲੇ ਚਾਰ ਗੇੜੇ ਕੱਢ ਕੇ ਮੈਨੂੰ ਕਹਿੰਦਾ ਵੀ ਹੇ ਧਰਤੀ, ਹੇ ਆਕਾਸ਼, ਤੁਸੀਂ ਗਵਾਹ ਹੋ, ਮੈਂ ਚਰਖਾ ਸਹੇੜ ਲਿਆ। ਕਹਿੰਦੇ ਫਿਰ ਕਿੱਥੋਂ ਦਾ ਸੀ ਬਾਬਾ ਉਹ, ਇਹ ਕੀ ਗੱਲ ਬਣ ਗਈ? ਪਹਿਲਾਂ ਤਾਂ ਕੋਸ਼ਿਸ਼ ਕੀਤੀ ਵੀ ਲੜਕੀ ਦਾ ਵਿਆਹ ਕਰ ਦਈਏ। ਪਹਿਲਾਂ ਬੜਾ ਜੱਥਾ ਹੁੰਦਾ ਸੀਗਾ, ਬੱਚਿਆਂ ਵਿੱਚ ਵੀ, ਇਸਤਰੀਆਂ ਵਿੱਚ ਵੀ, ਮਨੁੱਖਾਂ ਵਿੱਚ ਵੀ। ਉਹ ਕਹਿੰਦੀ ਮੈਂ ਵਿਆਹ ਕਰਾਉਣਾ ਨਹੀਂ ਗਾ। ਫਿਰ ਭਾਈ ਭਗਤੂ ਨੂੰ ਲੱਭਿਆ। ਭਾਈ ਭਗਤੂ ਸਰੀਰ ਤਿਆਗ ਚੁੱਕਿਆ ਸੀ ਉਦੋਂ ਨੂੰ, ਜਦੋਂ ਇਹ ਬੱਚੀ ਵੱਡੀ ਹੋਈ। ਉਹਦਾ ਪਰਿਵਾਰ ਸੀਗਾ ਗੋਰਾ ਤੇ ਜੀਵਨ। ਇਹਨਾਂ ਨੂੰ ਕਿਹਾ ਵੀ ਭਾਈ ਤੁਹਾਡਾ ਬਾਪੂ ਇੱਦਾਂ ਕਰਕੇ ਆ ਗੱਲ ਕਰੇ ਆਇਆ, ਤੇ ਉਹਨੂੰ ਬੱਚੀ ਵਿਆਹ ਨਹੀਂ ਕਰਾਉਂਦੀ, ਤੇ ਉਹਨੂੰ ਆਪਦੀ ਮਾਂ ਬਣ ਕੇ ਘਰੇ ਲੈ ਕੇ ਆਓ। ਕਹੋ ਸਤਿਨਾਮ। ਫਿਰ ਉਹ ਦੋਨੇ ਭਰਾ ਗਏ, ਕੁਝ ਮੋਹਤਵਾਰ ਬੰਦੇ ਲਗਾਏ, ਤੇ ਉਸ ਬੱਚੀ ਨੂੰ ਆਪਣੀ ਮਾਂ ਬਣਾ ਕੇ ਘਰੇ ਲਿਆਏ। ਔਰ ਉਹ ਦੇਖੋ ਵੱਡੀ ਉਮਰ ਦੇ ਨੇ, ਲੇਕਿਨ ਮਾਂ ਮੰਨ ਕੇ ਉਸ ਨੂੰ ਪੂਰੀ ਸਤਿਕਾਰ ਦਿੰਦੇ ਆ, ਸੇਵਾ ਕਰਦੇ ਆ। ਤੇ ਇੱਕ ਦਿਨ ਇਹ ਪਰਿਵਾਰ ਸਮੇਤ ਹਰ ਰਾਏ ਸਾਹਿਬ ਨੂੰ ਮਿਲਣ ਵਾਸਤੇ ਚਲੇ ਗਏ ਕਿਤੇ। ਹੁਣ ਬੱਚੀ ਨੌਜਵਾਨ ਹੈ, ਉਹ ਸਾਹਮਣੇ ਬੈਠੀ ਆ, ਤੇ ਚੌਰ ਸਾਹਿਬ ਕਰੀ ਜਾਂਦਾ ਸੀ ਇੱਕ ਬੰਦਾ, ਇੱਕ ਸਿੱਖ। ਉਹ ਕਿਤੇ ਉਹਦੀ ਨਿਗਾਹ ਪੈ ਗਈ ਉਹ ਲੜਕੀ ਤੇ,
ਤੇ ਆ ਕੇ ਕਹਿਣ ਲੱਗਿਆ, ਉਹ ਗੋਰਿਆ, ਉਸ ਦਾ ਪਿਓ ਤਾਂ ਹੈ ਨਹੀਂਗਾ, ਤੁਹਾਡੀ ਮਾਂ ਦਾ ਮੇਰੇ ਨਾਲ ਵਿਆਹ ਕਰ ਦਿਓ। ਉਹਨੂੰ ਗੁੱਸਾ ਆ ਗਿਆ। ਉਹ ਬੰਦਾ ਚੌਧਰੀ ਸੀਗਾ, ਸ਼ਸਤਰਧਾਰੀ ਸੀਗਾ। ਉਹ ਕਹਿਣ ਲੱਗਿਆ, ਇਹ ਤਾਂ ਜਿਹੜਾ ਕੁਛ ਕਰਤਾ, ਹੁਣ ਮੈਂ ਤੇਰਾ ਹਿਸਾਬ ਕਿਤਾਬ ਕਰੂੰਗਾ, ਇੱਥੇ ਮੈਂ ਤੈਨੂੰ ਕੀ ਕਹਾਂ। ਤੇ ਬਾਹਰ ਜਾ ਕੇ ਜਦੋਂ ਕਿਤੇ ਗੋਰੇ ਨੂੰ ਟੱਕਰਿਆ ਤੇ ਉਹਨੇ ਧੌਣ ਵੜਤੀ, ਉਹਦੀ ਮਾਰਤਾ ਬੰਦਾ। ਕਹੋ ਸਤਨਾਮ। ਹਰ ਐਸੇ ਉਹਨੂੰ ਪਤਾ ਲੱਗ ਗਿਆ ਵੀ ਜਿਹੜਾ ਤੁਹਾਡਾ ਚੌਰਬਰਦਾਰ ਸੀਗਾ, ਉਹ ਭਗਤੂ ਦੇ ਪੁੱਤ ਗੋਰੇ ਨੇ ਮਾਰਤਾ। ਪਾਤਸ਼ਾਹ ਨੇ ਇੰਨੇ ਸਰਾਪ ਦਿੱਤੇ, ਇੰਨੇ ਬਚਨ ਕੀਤੇ, ਤੂੰ ਆਏ ਮਰੇ, ਤੂੰ ਆਏ ਮਰੇ, ਤੇਰਾ ਇਹ ਨਾ ਰਹੇ, ਤੇਰਾ ਉਹ ਨਾ ਰਹੇ, ਬਹੁਤ ਕੁਝ ਕਿਹਾ। ਜਦ ਬਹੁਤ ਕੁਝ ਕਿਹਾ ਤੇ ਨਾਲੇ ਕਹਿੰਦੇ ਗੋਰੇ ਨੂੰ ਕਹਿ ਦਿਓ ਮੇਰੇ ਮੱਥੇ ਨਾ ਲੱਗੇ। ਉਹਨੇ ਮੈਨੂੰ ਦੱਸਿਆ ਕਿਉਂ ਨਹੀਂ, ਮੈਥੋਂ ਪੁੱਛਿਆ ਕਿਉਂ ਨਹੀਂ, ਐ ਬੰਦਾ ਮਾਰਤਾ। ਸਮਾਂ ਬਤੀਤ ਹੁੰਦਾ ਗਿਆ। ਗੋਰਾ ਪਾਤਸ਼ਾਹ ਤੋਂ ਇੱਕ ਕੋਹ ਦੂਰੀ ਰਿਹਾ ਕਰੇ, ਨੇੜੇ ਨਾ ਆਇਆ ਕਰੇ, ਪਰ ਰਵੇ ਨਾਲ ਨਾਲ, ਮਗਰ ਮਗਰ ਰਵੇ। ਇਹਦੇ ਨਾਲ ਨੌਜਵਾਨ ਹੁੰਦੇ ਸੀਗੇ, ਸ਼ਸਤਰਧਾਰੀ ਫੌਜ ਵਾਂਗੂ। ਇੱਕ ਵਾਰੀ ਹਰ ਰਾਏ ਸਾਹਿਬ ਜੀ ਕਿਸੇ ਪਾਸੇ ਆਪਣਾ ਸਾਰਾ ਲਾਓ ਲਸ਼ਕਰ ਲੈ ਕੇ ਜਾ ਰਹੇ ਸੀਗੇ ਤੇ ਗੋਰਾ ਵੀ ਉਹਨਾਂ ਤੋਂ ਕੁਝ ਦੂਰੀ ਤੇ 500 1000 ਕਦਮ ਤੇ ਪਿੱਛੇ ਜਾ ਰਿਹਾ। ਤੇ ਗੁਰੂ ਪਿਆਰੋ, ਕੁਦਰਤੀ ਕਿਤੇ ਮੁਗਲਾਂ ਨੂੰ ਪਤਾ ਲੱਗਿਆ ਵੀ 7ਵੇਂ ਪਾਤਸ਼ਾਹ ਹਰ ਰਾਏ ਸਾਹਿਬ ਜਿਹੜੇ ਹੈ ਨਾ, ਉਹ ਆਪਣੇ ਲਾਓ ਲਸ਼ਕਰ ਨੂੰ ਲੈ ਕੇ, ਆਪਣੇ ਪਰਿਵਾਰ ਨੂੰ ਲੈ ਕੇ, ਸੰਗਤਾਂ ਨੂੰ ਲੈ ਕੇ ਕਿਧਰੇ ਜਾ ਰਹੇ ਨੇ ਤੇ ਆਪਾਂ ਘੇਰਾ ਪਾ ਕੇ ਨਾ ਤੇ ਉਹਨਾਂ ਨੂੰ ਖਤਮ ਕਰਾਂਗੇ। ਅੱਜ ਆਪਾਂ ਬਦਲਾ ਲਵਾਂਗੇ ਜਿਹੜੀਆਂ 6ਵੇਂ ਪਾਤਸ਼ਾਹ ਨੇ ਸਾਡੇ ਨਾਲ 4 ਜੰਗਾਂ ਕੀਤੀਆਂ। ਉਹਨਾਂ ਵਿੱਚ ਕੋਈ ਉਹਨਾਂ ਦਾ ਪੁੱਤ ਪੋਤਰਾ ਹੋਣਾ, ਕਹਿੰਦੇ ਬਦਲਾ ਲਵਾਂਗੇ ਉਹਨਾਂ ਦੇ ਪੋਤਰੇ ਤੋਂ ਹੁਣ ਆਪਾਂ। ਕੋਈ ਸਤਨਾਮ। ਤਾਂ ਇਹਨਾਂ ਨੇ ਕੀ ਕੀਤਾ ਗੁਰੂ ਪਿਆਰਿਓ, ਉਹ ਕਾਫਲਾ ਰੋਕ ਲਿਆ। ਜਦੋਂ ਕਾਫਲਾ ਰੁਕ ਗਿਆ ਤੇ ਪਿੱਛੇ ਗੋਲ ਨੂੰ ਪਤਾ ਲੱਗਿਆ, ਉਹਨੂੰ ਵੀ ਰੋਕਣਾ ਪਿਆ। ਵੀ ਗੱਲ ਕੀ ਹੋ ਗਈ? ਉਹ ਕਿਸੇ ਨੇ ਦੱਸਿਆ ਵੀ ਅੱਗੋਂ ਮੁਗਲਾਂ ਨੇ ਰਸਤਾ ਰੋਕ ਲਿਆ ਗੁਰੂ ਸਾਹਿਬ ਦਾ। ਕਹਿੰਦੇ ਮੁਗਲਾਂ ਨੇ ਰਸਤਾ ਰੋਕ ਲਿਆ, ਕੀ ਕਾਰਨ ਹੈ? ਹੁਣ ਗੁਰੂ ਸਾਹਿਬ ਨੇ ਜੰਗ ਨਹੀਂ ਕਰਨਾ ਸੀ। 6ਵੇਂ ਪਾਤਸ਼ਾਹ ਨੇ ਕਿਹਾ ਸੀ ਹਰ ਰਾਏ ਤੂੰ ਜੰਗ ਨਹੀਂ ਕਰਨਾ, ਜਿਹੜਾ ਚੜ੍ਹ ਕੇ ਆਊਗਾ ਆਪੇ ਖਤਮ ਹੋ ਕੇ ਚਲਿਆ ਜਾਊਗਾ, ਮਰ ਜਾਊਗਾ। ਉਹੀ ਗੱਲ ਹੋਈ, ਉਹਨਾਂ ਨੇ ਜੰਗ ਨਹੀਂ ਕੀਤੇ। ਗੋਰੇ ਨੂੰ ਪਤਾ ਲੱਗਿਆ ਭਾਈ ਗੋਰਾ ਜੀ ਅੱਗੇ ਆ ਗਏ ਲੈ ਕੇ ਫੌਜ ਆਪਣੀ। ਉਹਨਾਂ ਮੁਗਲਾਂ ਨੇ ਜੰਗ ਕੀਤਾ, ਉਹਨਾਂ ਨੂੰ ਖਤਮ ਕੀਤਾ। ਪਹਿਲਾਂ ਤਾਂ ਪਿਆਰ ਨਾਲ ਕਿਹਾ ਵੀ ਪਾਸੇ ਹੋ ਜਾਓ, ਟੱਪ ਜਾਣ ਦਿਓ ਲਸ਼ਕਰ ਸਾਡਾ। ਨਾ ਪਾਸੇ ਹਟੇ, ਅਖਰੀ ਜੰਗ ਹੋਇਆ, ਉਹਨਾਂ ਨੂੰ ਮਾਰਤਾ, ਲਸ਼ਕਰ ਟਪਾਤਾ ਸਾਰਾ। ਆਪ ਫੇਰ 100 ਕਦਮ ਪਿੱਛੇ। ਅੱਗੇ ਜਾ ਕੇ ਇਹਨੇ ਪਾਤਸ਼ਾਹ ਨੂੰ ਦੱਸਿਆ, ਮਹਾਰਾਜ ਅੱਜ ਤਾਂ ਬੜਾ ਕੰਮ ਖਰਾਬ ਹੋ ਗਿਆ ਸੀਗਾ। ਆਪਣੇ ਲਸ਼ਕਰ ਨੂੰ ਪਠਾਨਾਂ ਮੁਗਲਾਂ ਨੇ ਘੇਰਾ ਪਾ ਲਿਆ ਸੀਗਾ ਤੇ ਫਿਰ ਉਹ ਭਗਤੂ ਦਾ ਪੁੱਤਰ ਗੋਰਾ ਤੁਹਾਡੇ ਮਗਰੇ ਮਗਰ ਹੀ ਰਹਿੰਦਾ ਮਹਾਰਾਜ, ਨਾਲ ਉਹਦੇ ਫੌਜ ਰਹਿੰਦੀ ਹੈ 500 1000 ਬੰਦਾ। ਉਹਨਾਂ ਨੇ ਅੱਗੇ ਆ ਕੇ ਉਹਨਾਂ ਮੁਗਲਾਂ ਨੂੰ ਚੱਕੇ, ਫਿਰ ਖਤਮ ਕੀਤਾ ਤੇ ਪਾਸੇ ਕੀਤਾ ਤੇ ਫਿਰ ਆਪਣਾ ਲਸ਼ਕਰ ਬਚ ਬਚਾ ਕੇ ਅੱਗੇ ਲੰਘਿਆ। ਕਹਿੰਦੇ ਕਿੱਥੇ ਆ ਗੋਰਾ? ਕਹਿੰਦੇ ਜੀ ਤੁਸੀਂ ਇੱਥੇ ਪੜਾ ਕੀਤਾ, ਉਹ 100 150 ਕਦਮ ਪਿੱਛੇ ਪੜਾ ਕਰਕੇ ਜਾਓ, ਲੈ ਕੇ ਆਓ ਸੱਦ ਕੇ ਉਹਨੂੰ। ਇੱਕ ਬੰਦਾ ਸੱਦਣ ਗਿਆ, ਕਹਿੰਦੇ ਗੋਰਿਆ ਤੈਨੂੰ ਗੁਰੂ ਸਾਹਿਬ ਸੱਦ ਰਿਹਾ। ਉਹ ਕਹਿੰਦਾ ਕੀ ਗੱਲ ਹੈ? ਕਹਿੰਦੇ ਪਤਾ ਨਹੀਂ ਤੈਨੂੰ ਸੱਦਿਆ, ਜਲਦੀ ਆ ਜਾ। ਕਹਿੰਦਾ ਮੈਂ ਹੱਥ ਮੂੰਹ ਧੋ ਕੇ ਆਉਣਾ, ਪੈਰ ਲਿਬੜੇ ਹੋਏ ਸੀਗੇ, ਘੱਟਾ ਮਿੱਟੀ ਲਾ ਕੇ ਫਿਰ ਆਉਣਾ। ਉਹ ਆਇਆ ਕਹਿੰਦਾ ਜੀ, ਉਹ ਕਹਿੰਦਾ ਮੈਂ ਨਾ ਨੂੰ, ਉਹ ਛੇਤੀ ਸੱਦ ਕੇ ਲਿਆ, ਉਸ ਛੇਤੀ ਸੱਦ ਕੇ ਲਿਆ। ਤੀਜੀ ਵਾਰ ਬੰਦਾ ਜਲਦੀ ਜਲਦੀ ਕਾਹਲੀ ਕਰ ਗਿਆ, ਤੈਨੂੰ ਪਾਤਸ਼ਾਹ ਤੁਹਾਡੇ ਤੇ ਖੁਸ਼ ਹੋ ਰਹੇ ਆ, ਪਤਾ ਨਹੀਂ ਕੀ ਗੱਲ ਹੈ, ਤੂੰ ਜਲਦੀ ਚੱਲ। ਫਿਰ ਉਹ ਗੋਰਾ ਸਾਹਮਣੇ ਆਇਆ, ਹੱਥ ਬੰਨ੍ਹ ਕੇ ਨੀਂਹ ਪਾ ਖੜਾ ਰਿਹਾ, ਕਿਉਂਕਿ ਆਪਣੀ ਗਲਤੀ ਜ਼ਾਹਰ ਸੀ, ਜਿਹੜੀ ਗਲਤੀ ਕਰਕੇ ਉਹ ਪਾਤਸ਼ਾਹ ਕਹਿ ਰਹੇ ਸੀਗੇ। ਪਾਤਸ਼ਾਹ ਕਹਿੰਦੇ ਕੀ ਗੱਲ ਆਇਆ ਖੜਾਂਗਾ? ਜਾ ਤੈਨੂੰ ਸਾਰੇ ਮਾਫ਼ ਕੀਤੇ, ਜਿੰਨੀਆਂ ਗੱਲਾਂ ਮਕਈਆਂ ਸਾਰੀਆਂ ਤੈਨੂੰ ਮਾਫ਼ ਕੀਤੀਆਂ। ਕੋਈ ਸਤਰ ਨਹੀਂ ਮਹਾਰਾਜ, ਇੱਕ ਅੱਧੀ ਤਾਂ ਜਿਹੜਾ ਤੁਹਾਡਾ ਬਚਨ ਹੈ ਚੱਲਣਾ ਚਾਹੀਦਾ। ਨਹੀਂ ਕਹਿੰਦਾ ਮੈਂ ਤੈਨੂੰ ਸਾਰੇ ਮਾਫ਼ ਕੀਤੇ। ਪਾਤਸ਼ਾਹ ਕਹਿੰਦੇ ਨਹੀਂ ਜੀ। ਕਹਿੰਦੇ ਚੰਗਾ, ਫਿਰ ਇੱਕ ਬਚਨ ਹੈ ਕਿ ਤੁਹਾਡੀ ਮੌਤ ਜਿਹੜੀ ਹੈ ਉਹ ਫਾਹੇ ਨਾਲ ਹੋਣੀ ਹੈ, ਉਹ ਬਚਨ ਚੱਲੂਗਾ, ਪਰ ਫਾਹਾ ਉਵੇਂ ਨਹੀਂ ਹੋਊਗਾ। ਜਦੋਂ ਵੀ ਤੁਹਾਡੇ ਪਰਿਵਾਰ ਵਿੱਚ ਕੋਈ ਮਰਿਆ ਕਰੇਗਾ, ਉਹਦੀ ਜਾਨ ਨਿਕਲੇਗੀ ਨਹੀਂ, ਉਹਦੇ ਗਲ ਦੇ ਉੱਤੇ ਇੱਦਾਂ ਪਰਨਾ ਰੱਖ ਦਿਆ ਕਰੋ, ਉਹ ਮਰ ਜਿਆ ਕਰੇਗਾ। ਕੋਈ ਸਤਨਾਮ ਸਿੰਘ। ਫਿਰ ਇਹ ਗੋਰੇ ਨੂੰ ਬਖਸ਼ਾ ਕੀਤੀਆਂ। ਇਸ ਕਰਕੇ ਗੁਰੂ ਜਦੋਂ ਦਇਆ ਦੇ ਘਰ 'ਚ ਆਉਂਦਾ ਨਾ, ਫਿਰ ਪਤਾ ਨਹੀਂ ਕੀ ਕੁਝ ਦੇ ਦੇਵੇ। ਤੇ ਨਜ਼ਰੋਂ ਪੱਠੀ ਜੇ ਕਰੇ ਤੇ ਜੇ ਪੁੱਠੀ ਨਜ਼ਰ ਹੋ ਜੇ, ਨਜ਼ਰ ਪੱਠੀ ਜੇ ਕਰੇ ਸੁਲਤਾਨਾ ਕਹੋ ਕਰਾਇੰਦਾ, ਦਰ ਮੰਗਣ ਭਿੱਖ ਨਾ ਪਾਇੰਦਾ, ਦਰ ਮੰਗਣ ਭਿੱਖ ਨਾ ਪਾਇੰਦਾ। ਬੋਲੋ ਸਤਨਾਮ। ਸ਼੍ਰੀ ਵਾਹਿਗੁਰੂ। ਮੇਰੇ ਪ੍ਰੀਤਮ ਜੀ ਕਹਿ ਰਹੇ ਮਹਾਂ ਸੇ ਅੱਖਾਂ ਖੋਲ,
ਤੂੰ ਮੰਗ ਕੁਛ ਮੈਂ ਦੇਣਾ ਚਾਹਣਾ। ਕਹਿੰਦਾ ਫਿਰ ਕਿਰਪਾ ਕਰੋ। लेकर गए विदावा जोए, इस छिन नहीं कोप मन सोए। ਸੋਚਿਆ ਵੀ ਕਿਉਂ ਨਾ ਹੁਣ ਮੈਂ ਵਿਦਾਵਾ ਪੜਵਾ ਦਿਆਂ। ਗੁਰੂ ਦੇ ਮਨ ਵਿੱਚ ਸਾਡੇ ਪ੍ਰਤੀ ਭੋਰਾ ਵੀ ਗੁੱਸਾ ਨਹੀਂ ਹੈ, ਨਿਰਛਲ ਨਿਰਵੈਰ ਹੈ ਗੁਰੂ। सकरे देश को कर्म कमावा, सतगुर त्यागी त्रास उपावा। ਅਸੀਂ ਨੇ ਸਭ ਤੋਂ ਵੱਡੇ ਮਾੜੇ ਕਰਮ ਅਸੀਂ ਕੀਤੇ ਆ। ਸਾਡੇ ਮਾਝੇ ਵਾਲਿਆਂ ਨੇ ਕੋ ਕਰਮ ਕੀਤਾ, ਵਿਦਾਵਾ ਲਿਖਿਆ। ਅਸੀਂ ਡਰ ਕਰਕੇ ਮੌਤ ਤੋਂ ਗੁਰੂ ਨੂੰ ਛੱਡ ਕੇ ਆ ਗਏ। जिसके वाक तन की कहे, नरक के सुर्ग तुरत ही लहे। ਜਿਸ ਗੁਰੂ ਦਾ ਨਿੱਕਾ ਜਿਹਾ ਬਚਨ ਨਰਕਾਂ ਤੇ ਸੁਰਗਾਂ ਦੇ ਵਿੱਚ ਬੰਦੇ ਨੂੰ ਭੇਜ ਸਕਦਾ ਹੈ। सूखे भरे भरे शुष्कावै, कबो कहो ने फल न जावै। ਔਰ ਸੁੱਕਿਆਂ ਨੂੰ ਭਰ ਦੇਵੇ ਤੇ ਭਰਿਆਂ ਨੂੰ ਖਾਲੀ ਕਰ ਦੇਵੇ, ਜਿਸ ਦਾ ਇੱਕ ਬਚਨ ਵੀ ਨੇਫਲ ਨਹੀਂ ਜਾਂਦਾ। आस समरथ तज कर गोसाई, रण लर बेते उर परमाई। ਐਸਾ ਸਮਰੱਥ ਸਤਿਗੁਰੂ ਜੰਗ ਦੇ ਮੈਦਾਨ ਵਿੱਚ ਵੇਖ ਕੇ ਅਸੀਂ ਭਰਮ ਗਏ ਆ ਵੀ ਗੁਰੂ ਵਿੱਚ ਤਾਕਤ ਨਹੀਂ। ਗੁਰੂ ਤਾਂ ਜੇ ਚਾਹੁੰਦਾ ਤਾਂ ਬਿਨਾਂ ਸਿੰਘਾਂ ਦੇ ਲੜਾਉਣ ਤੋਂ ਹੀ ਸਭ ਕੁਝ ਕਰ ਸਕਦਾ ਸੀਗਾ, ਪਰ ਨਹੀਂ। ਅੱਜ ਜਿਹੜੀ ਟ੍ਰੇਨਿੰਗ ਦੇਣੀ ਸੀ, ਜਿਹੜਾ ਖਾਲਸਾ ਪੰਥ ਸਾਜਣਾ ਸੀਗਾ, ਫਿਰ ਇਹ ਕਿਵੇਂ ਹੁੰਦਾ? ਟ੍ਰੇਨਿੰਗ ਤਾਂ ਫਿਰ ਹੁਣ ਜਿਹੜੇ ਜਿੰਮ ਵਿੱਚ ਜਾਂਦੇ ਆ ਲੋਕ, ਟ੍ਰੇਨ ਕਰਦੇ ਆ, ਉਹ ਮੁੱਕੇ ਮਾਰਦੇ ਆ, ਮੂਹਰੇ ਉਹਨਾਂ ਨੂੰ ਗੱਟਾ ਜਾ ਬੰਨ੍ਹਣਾ ਪੈਂਦਾ ਮਿੱਟੀ ਵਾਲਾ, ਕਹੋ ਸਤਨਾਮ ਸੀ। ਤੇ ਇੱਥੇ ਤਾਂ ਫਿਰ ਜੰਗਾਂ ਦੀ ਟ੍ਰੇਨਿੰਗ ਦੇਣੀ ਸੀ, ਤੇ ਫਿਰ ਜੰਗਾਂ ਦੇ ਵਿੱਚ ਹੀ ਟ੍ਰੇਨਿੰਗ ਦਿੱਤੀ ਜਾ ਸਕਦੀ ਖਾਲਸਾ ਪੰਥ ਨੂੰ। ਇਸ ਕਰਕੇ ਜੀ ਟ੍ਰੇਨਿੰਗ ਪਾਠਸ਼ਾਲਾ ਦੇਣੀ ਸੀ। ਫਿਰ ਉਹ ਕਿਵੇਂ ਦਿੱਤੀ ਜਾਂਦੀ? ਚਾਹੁੰਦੇ ਤਾਂ ਉਹ ਚੁਟਕੀ ਮਾਰ ਕੇ ਸਭ ਕੁਝ ਖਤਮ ਕਰ ਸਕਦੇ ਹਨ, ਪਰ ਜੰਗ ਦੇ ਮੈਦਾਨ ਵਿੱਚ ਵੜ ਕੇ ਸਾਨੂੰ ਭਰਮਾ ਦਿੱਤਾ ਹੈ। ਭਵਿਖਤ ਮੈਂ ਨਰ ਜੀਤੇ, ਇਸ ਕ੍ਰਿਤ ਕੋ ਦੁਖ ਪਹਿ ਤੀਤੀ। ਜਿਹੜਾ ਇਹ ਵਿਦਾਵਾ ਲਿਖਿਆ ਗਿਆ ਸਾਡੇ ਮਾਝੇ ਵਾਲਿਆਂ ਵਾਸਤੇ ਬਹੁਤ ਵੱਡਾ ਦੁੱਖ ਬਣ ਗਿਆ ਹੈ। ਆਉਣ ਵੇਲੇ ਜਿੰਨੇ ਵੀ ਸਾਡੇ ਮਾਝੇ ਦੇ ਬੱਚੇ ਪੈਦਾ ਹੋਣਗੇ, ਲੋਕ ਉਹਨਾਂ ਨੂੰ ਤਾਨੇ ਮਾਰਦੇ ਰਹਿਣਗੇ। ਪੂਰਾ ਦੇਸ਼ ਸਗਰੇ ਕਾਪੇ ਹੋ, ਕਰ ਮੂਰਖ ਮਤ ਜੋ ਲਿਖ ਦਿਓ। ਔਰ ਸਾਡੇ ਮੂਰਖ ਚੌਧਰੀਆਂ ਨੇ ਮੂਰਖ ਮਤ ਕਰਕੇ ਜੋ ਵਿਦਾਵਾ ਲਿਖ ਦਿੱਤਾ, ਦੇਸ਼ ਨੂੰ ਕਲੰਕ ਲਾ ਦਿੱਤਾ ਮਾਝੇ ਨੂੰ। ਪਰਪਕਾਰ ਮਹਾਤਮ ਮਹਾ, ਸੁਣਿਓ ਸੰਤ ਜਨ ਤੇ ਜੇ ਕਹਾ। ਔਰ ਦੂਜੇ ਦਾ ਭਲਾ ਕਰਨਾ ਇਹ ਬਹੁਤ ਵੱਡਾ ਮਹਾਤਮ ਹੈ ਇਸ ਦਾ। ਮੈਂ ਆਪਣੇ ਵਾਸਤੇ ਨਾ ਮੰਗਾ, ਮੈਂ ਆਪਣੇ ਮਾਝੇ ਦੇ ਲੋਕਾਂ ਵਾਸਤੇ ਮੰਗਾ। ਮਹਾਪੁਰਸ਼ ਕਹਿੰਦੇ ਇਹਨੂੰ ਪਰਪਕਾਰ ਕਰਨਾ ਚਾਹੀਏ। ਇੱਕ ਪਰ ਕਰੇ ਅਦਕ ਕਲਿਆਣ, ਬਨੇ ਦੇਸ਼ ਪਰ ਫਲੇ ਮਹਾਨ। ਜੇ ਇੱਕ ਦੇ ਉੱਤੇ ਕਲਿਆਣ ਕਰੀਏ ਤੇ ਉਸ ਦਾ ਫਲ ਮਿਲਦਾ ਹੈ, ਜੇ ਦੇਸ਼ ਤੇ ਕਲਿਆਣ ਕਰੀਏ ਤੇ ਫਿਰ ਕਿੰਨਾ ਫਲ ਹੋਵੇਗਾ। ਲਾਖੋ ਸਿੱਖ ਗੁਰੂ ਕੇ ਹੋਏ, ਭੋਗੋ ਰਾਜ ਧਰਾ ਪਰ ਸੋਏ। ਔਰ ਲੱਖਾਂ ਗੁਰੂ ਜੀ ਦੇ ਸਿੱਖ ਬਣਨਗੇ, ਉਸ ਧਰਤੀ ਉੱਪਰ ਰਾਜ ਭੋਗਣਗੇ। ਸਾਬਰ ਮੁਰ ਹੋਵੇ ਉਪਕਾਰਾ, ਇਸ ਸੋ ਅਦਕ ਨਾ ਅਪਰ ਵਿਚਾਰਾ। ਕਿਉਂਕਿ ਜੇ ਇਹੀ ਤਾਨੇ ਵੱਜਦੇ ਰਹੇ, ਓਏ ਤੁਸੀਂ ਛੱਡ ਗਏ ਸੀ ਮਹਾਰਾਜ ਨੂੰ, ਤੁਸੀਂ ਬੇਦਾਵਾ ਲਿਖਤਾ, ਫਿਰ ਉਹਨੇ ਸਿੱਖ ਕਿੱਥੋਂ ਬਣਨਾ? ਵਿਚਾਰੇ ਸ਼ਰਮ ਦੇ ਨਾਲ ਹੀ ਮਰਦੇ ਰਹਿਣਗੇ। ਅੱਜ ਮੈਂ ਵਿੱਚੋਂ ਗੁਰੂ ਦੇ ਤੇ ਸਿੱਖ ਦੇ ਵਿਚਾਲੇ ਮੈਂ ਪੜਦਾ ਚੱਕਾਂ। ਉਹ ਕਾਗਦ ਅਪਾਰਨ ਕਰੈ, ਸਭ ਸਿੱਖਨ ਕੋ ਗੁਰੂ ਸੰਭਰੈ। ਔਰ ਉਹ ਬੇਦਾਵੇ ਵਾਲਾ ਕਾਗਜ਼ ਅੱਜ ਪਾੜ ਦੇਣ ਤੇ ਮਾਝੇ ਨੂੰ ਦੁਬਾਰੇ ਗਲਵਖੜੀ ਚ ਲੈ ਲੈਣ। ਆਉਣ ਵਾਲੇ ਬੱਚੇ ਦੁਬਾਰਾ ਸਿੱਖ ਬਣਦੇ ਰਹਿਣ। ਇਹ ਜਾਚੋ ਮੈਂ ਭਲੇ ਵਿਚਾਰਾ, ਮਹਾ ਸਿੰਘ ਗੁਰ ਸੰਗ ਉਚਾਰਾ। ਕਿਉਂ ਨਾ ਮੈਂ ਗੁਰੂ ਕੋਲੋਂ ਹੁਣ ਇਹੀ ਮੰਗ ਲਵਾਂ ਕਿ ਉਹ ਬੇਦਾਵਾ ਕੱਢੋ ਕਿੱਥੇ ਹੈ। ਉਧਰ ਦੇਸ਼ ਕੀ ਸੰਗਤ ਹੋਟੀ, ਪ੍ਰਭ ਜੀ ਰਾਵਰ ਕੇ ਸੰਗ ਟੋਟੀ। ਕਹਿੰਦਾ ਮਹਾਰਾਜ ਸਾਡੇ ਮਾਝੇ ਦੇ ਲੋਕ ਜਿਹੜੇ ਤੁਹਾਡੇ ਤੋਂ ਟੁੱਟ ਚੁੱਕੇ ਹਨ, ਵਰਦਾ ਬੀਜੇ ਮੁਝ ਇਚ ਧਾਰੀ, ਤੋ ਕਰ ਕਰਨਾ ਮੇਲੋ ਸਾਰੀ। ਜੇ ਤੁਸੀਂ ਮੈਨੂੰ ਹੁਣ ਕੁਝ ਦੇਣਾ ਚਾਹੁੰਦੇ ਹੋ ਤਾਂ ਦਇਆ ਕਰਕੇ ਸੋ ਸਿੱਖ ਹੋਏ ਗੁਰੂ ਤਮ ਰਹੋ, ਸ਼੍ਰੀ ਮੁਕਤੇ ਅਬ ਇਹੋ ਬਰ ਕਹੋ। ਇਹ ਬਚਨ ਕਰੋ ਕਿ ਮਾਝਾ ਮੇਰਾ ਸਿੱਖ ਹੋਵੇਗਾ ਤੇ ਮੈਂ ਉਹਦਾ ਗੁਰੂ ਹੋਵਾਂਗਾ। ਜਿਹੜਾ ਲਿਖ ਦਿੱਤਾ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਇਹ ਦੁਬਾਰਾ ਬਚਨ ਕਰੋ ਕਿ ਮਾਝਾ ਤੁਹਾਡਾ ਸਿੱਖ ਹੋਵੇ, ਤੁਸੀਂ ਉਹਨਾਂ ਦੇ ਗੁਰੂ ਹੋਵੋ। ਪ੍ਰਭ ਬੋਲੇ ਟੂਟੀ ਸਾਨੇ ਕੋਠੀ, ਕਿਉ ਮੇਲੋ ਤੈ ਜੇ ਡਰ ਟੁੱਟੀ। ਉਹ ਛੱਡ ਟੁੱਟੀ ਹੁੱਟੀ, ਹੁਣ ਉਹਨੂੰ ਕੀ ਜੋੜਨਾ? ਗੰਢ ਪੈ ਚੁੱਕੀ ਆ। ਪਾਤਸ਼ਾਹ ਕਹਿੰਦੇ ਹੁਣ ਕਾਹਨੂੰ ਮੇਲਣਾ ਤੂੰ? ਆਪਣੇ ਹਿਤ ਜਾਚੋ ਕਿਛ ਔਰੀ, ਦਿਓ ਤਤਕਾਲ ਖੁਸ਼ੀ ਲਖ ਮੋਰੀ। ਮੈਂ ਤੈਨੂੰ ਦੇਣਾ ਚਾਹਣਾ, ਤੂੰ ਇੱਥੇ ਜੰਗ ਵਿੱਚ ਆ ਕੇ ਜੀਵਨ ਲਾਇਆ ਹੈ, ਤੂੰ ਆਪਦੇ ਵਾਸਤੇ ਮੰਗ। ਮਹਾ ਸਿੰਘ ਕਰ ਜੋਰ ਉਚਾਰੀ, ਪਾਤਸ਼ਾਹ ਸੁਤ ਸੇਵਕ ਸਾਰੇ। ਨਹੀਂ ਮਹਾਰਾਜ, ਨਹੀਂ ਮਹਾਰਾਜ,
ਅਸੀਂ ਸਾਰੇ ਤੇਰੇ ਪੁੱਤਰ ਹਾਂ, ਮਾਝੇ ਵਾਲੇ ਵੀ ਤੇਰੇ ਪੁੱਤਰ ਹਨ। ਭੂਲੇ ਬਹੁ ਅਪਰਾਧ ਕਮਾਵੈ, ਤੋ ਪਿਤਾ ਮਨ ਕੋਪ ਨ ਲਿਆਵੈ। ਅਨਕ ਵਾਰ ਝਿੜਕੇ ਬਹੁ ਭਾਂਤੀ, ਬਹੁਤ ਪਿਤਾ ਗੱਲ ਆਵੇ। ਜੇ ਭੁੱਲਿਆ ਭਟਕਾ ਬੱਚਾ ਹੱਥ ਨੇ ਘਰੇ ਮੁੜ ਆਵੇ ਤੇ ਬਾਪੂ ਗੁੱਸਾ ਨਹੀਂ ਵਿਖਾਉਂਦਾ ਦੁਆਰੇ। ਆਪਨੋ ਜਾਨ ਬਖਸ਼ ਤਿਸ ਦੇਤ, ਦੇ ਸਿੱਖਿਆ ਪੁਨ ਕਰੇ ਸੁਚੇਤ। ਔਰ ਗਾਹਾਂ ਨੂੰ ਸਮਝਾਉਂਦਾ, ਕੋਈ ਨਹੀਂ ਪੁੱਤ, ਗਾਹਾਂ ਨੂੰ ਐਸੀ ਗਲਤੀ ਨਾ ਕਰੀ। ਸੁਚੇਤ ਕਰਕੇ ਫਿਰ ਗਲੇ ਲਾਉਂਦਾ। ਜੋ ਮੁਝ ਕੋ ਦੇਬੋ ਬਰ ਚਾਹੋ, ਟੂਟੀ ਮੇਲ ਲਿਓ ਬਚ ਕਹੋ। ਜੇ ਤੁਸੀਂ ਮੈਨੂੰ ਵਰ ਦੇਣਾ ਚਾਹੁੰਦੇ ਹੋ ਤਾਂ ਟੁੱਟੀ ਗੰਢ ਲਓ ਮਹਾਰਾਜ। ਇਸ ਬਿਨ ਇੱਛਾ ਮੋਹਿ ਨਾਰ, ਦੇਹੋ ਆਪ ਸੋਢੀ ਸਿਰ ਮੋਰ। ਮੈਂ ਹੋਰ ਕੁਛ ਨਹੀਂ ਮੰਗਣਾ, ਮੈਂ ਇਹੋ ਹੀ ਮੰਗਦਾ ਹਾਂ ਮਹਾਰਾਜ, ਟੁੱਟੀ ਗੰਢ ਲਓ ਮਾਝੇ ਨਾਲ। ਸਹਿਬ ਸੁਨਿਆ ਜੈਬ ਬੈਨਾ, ਭਰੇ ਆਨੰਦ ਪ੍ਰਫੁੱਲਤ ਨੈਣਾ। ਸਤਿਗੁਰੂ ਤਾਂ ਚਾਹੁੰਦਾ ਸੀਗਾ ਕਿ ਮੇਰਾ ਵਿਛੜਿਆ ਹੋਇਆ ਪੁੱਤਰ ਘਰੇ ਆ ਜਾਵੇ ਤੇ ਚੰਗੀ ਗੱਲ ਹੈ। ਚਲੋ ਮਹਾ ਸਿੰਘ ਨੇ ਕਿਰਪਾ ਕੀਤੀ ਸਾਰਿਆਂ ਤੇ। ਪਾਤਸ਼ਾਹ ਉਹਦੇ ਬਚਨ ਸੁਣ ਕੇ ਬਾਰ-ਬਾਰ ਇਹੀ ਮੰਗ ਸੁਣ ਕੇ ਪਾਤਸ਼ਾਹ ਵੀ ਦਇਆ ਦੇ ਘਰ ਆਏ, ਪ੍ਰਫੁੱਲਤ ਹੋਏ, ਨੇਤਰ ਖਿੜੇ, ਖੁਸ਼ੀ ਚ ਆਏ। ਵਾਹੋ ਖਾਲਸਾ ਸਿੱਖ ਮਮਤਨ, ਪਰਉਪਕਾਰ ਮਹਾ ਮਨ ਮਨ। ਵਾਹ ਮਹਾਸਿਆ, ਬਹੁਤ ਚੰਗਾ ਕੀਤਾ। ਧੰਨ ਹੈ ਤੂੰ ਮੇਰਾ ਖਾਲਸਾ, ਧੰਨ ਹੈ ਜੋ ਹਮੇਸ਼ਾ ਦੂਜੇ ਦਾ ਭਲਾ ਸੋਚਦਾ ਹੈ। ਤੇਰੇ ਕਹੇ ਮੇਲ ਹਮ ਲਏ, ਰਾਜ ਭਾਗ ਤਿਸ ਦੇਸੇ ਦਏ। ਜਾ ਸਾਰੀਆਂ ਦਾਤਾਂ ਬਖਸ਼ੀਆਂ ਦੁਆਰੇ ਮਾਝੇ ਨੂੰ, ਤੇਰੇ ਕਹੇ ਮੈਂ ਦੁਆਰਾ ਉਹਨਾਂ ਵਿਛੜਿਆਂ ਨੂੰ ਮੇਲਦਾ ਹਾਂ। ਪ੍ਰਭ ਜੀ ਕਾਗਦ ਲਿਓ ਨਿਕਾਰਾ, ਹਮਰੋ ਲਿਖੋ ਜੇਬ ਜੋ ਡਾਰਾ। ਕਹਿੰਦੇ ਪਾਤਸ਼ਾਹ ਇਦਾਂ ਨਹੀਂ ਗੱਲ ਬਣਦੀ, ਜਿਹੜਾ ਜੇਬ ਵਿੱਚ ਬੇਦਾਵਾ ਲਿਖ ਕੇ ਪਾਇਆ ਉਹਨੂੰ ਬਾਹਰ ਕੱਢੋ ਹੁਣ। ਹਮ ਦਿਖਾਏ ਸੋ ਦੀਜੇ ਪਾਰ, ਸਫਲ ਹੋਏ ਮੇਰੂ ਉਪਕਾਰ। ਮੈਨੂੰ ਵਿਖਾ ਕੇ ਉਹ ਬੇਦਾਵੇ ਵਾਲਾ ਕਾਗਜ਼ ਮੇਰੇ ਸਾਹਮਣੇ ਪਾੜੋ ਚੰਗੀ ਤਰ੍ਹਾਂ, ਫੇਰ ਮੇਰਾ ਉਪਕਾਰ, ਮੇਰਾ ਬਚਨ ਸਫਲਾ ਹੋ ਸਕਦਾ ਤੁਹਾਡਾ। ਸਤਿਗੁਰ ਤਤਕਾਲ ਨਿਕਾਸਾ, ਮਹਾ ਸਿੰਘ ਸੋ ਵਾਕ ਪ੍ਰਕਾਸ਼ਾ। ਬਾਦਸ਼ਾਹ ਜੀ ਨੇ ਉਸ ਦਾ ਇਹ ਬਚਨ ਮੰਨਦਿਆਂ ਹੋਇਆਂ ਵੀ ਖੀਸੇ 'ਚੋਂ ਹੱਥ ਪਾਇਆ, ਜਿਹੜਾ ਕਿ ਰਾਮਿਆਣ ਦੀ ਧਰਤੀ ਤੇ ਬੇਦਾਵਾ ਲਿਖਿਆ ਗਿਆ ਸੀਗਾ। ਉਹ ਬੇਦਾਵਾ ਹਜੇ ਕੋਲ ਹੀ ਆ, ਪਾਤਸ਼ਾਹ ਦੇ ਖੀਸੇ 'ਚੋਂ ਕੱਢਿਆ, ਖੋਲਿਆ, ਪੇਪਰ ਸਾਹਮਣੇ ਕੀਤਾ, ਵੇਖ ਉਹੀ ਆ। ਇਹੋ ਬਿਲੋਕ ਪਾੜੀ ਦਿਖਰਾਏ, ਇਮ ਕਹਿ ਚੀਰਿਓ ਬੀਚ ਬਣਾਏ। ਪਹਿਲਾਂ ਚੰਗੀ ਤਰ੍ਹਾਂ ਵੇਖ ਲੈ, ਭਰਮ ਨਾ ਰਹਿ ਜੇ। ਦੇਖ ਉਹੀ ਆ ਨਾ, ਸੈਨ ਤੁਹਾਡੇ ਹੀ ਆ। ਹਾਂ ਮਹਾਰਾਜ ਸਾਡੇ ਹੀ ਹੈ, ਇਹਨੂੰ ਪਾੜ ਦਿਓ। ਤਾਂ ਮੇਰੇ ਪ੍ਰੀਤਮ ਨੇ ਉਹਨੂੰ ਵਿਖਾ ਕਰਕੇ ਉਹ ਇੰਨਾ ਬਰੀਕ ਟੋਟਾ ਕਰਤਾ ਕਿ ਕਿਸੇ ਦੇ ਹੱਥ ਨਾ ਆਵੇ ਮੁੜ ਕੇ। ਚੀਰ ਫਾੜ ਕਰਕੇ ਹਵਾ ਵਿੱਚ ਉਡਾ ਦਿੱਤਾ। ਤੀਰਤ ਹਰ ਕਮਾਨ ਉਰਹੋਵਾ, ਕਾਗਦ ਫਟਿਓ ਦਰਸ ਗੁਰ ਜੋਵਾ। ਜਿਸ ਵੇਲੇ ਪ੍ਰੀਤਮ ਨੇ ਮਹਾ ਸਿੰਘ ਦੇ ਸਾਹਮਣੇ ਉਹ ਕਾਗਜ਼ ਦੇ ਟੁਕੜੇ ਕਰਕੇ ਹਵਾ ਚ ਉਡਾ ਦਿੱਤੇ, ਮਹਾ ਸਿੰਘ ਨੂੰ ਸ਼ਾਂਤੀ ਆ ਗਈ ਆ। ਮਾਝਾ ਬਖਸ਼ਿਆ ਗਿਆ, ਨਹੀਂ ਤਾਂ ਮਾਝਾ ਵਿਛੜ ਜਾਂਦਾ ਅੱਜ। ਆਸ ਦਿਓ ਪਰਲੋਕ ਸਿਧਾਵੋ, ਦਰਸ਼ਨ ਕਰਤ ਅਧਿਕ ਫਲ ਪਾਵੋ। ਕਹਿੰਦਾ ਹੁਣ ਆਗਿਆ ਦਿਓ ਜੀ, ਮੈਂ ਤੁਹਾਡੇ ਚਰਨਾਂ ਵਿੱਚ ਸਮਾ ਜਾਵਾਂ। ਮੈਨੂੰ ਹੁਣ ਸਰੀਰ ਦੀ ਲੋੜ ਨਹੀਂ, ਜੀਵਨ ਦੀ ਲੋੜ ਨਹੀਂ, ਬਸ ਆ ਮੇਰੀ ਇੱਛਾ ਪੂਰੀ ਹੋ ਗਈ ਨਾ, ਬਹੁਤ ਹੈ। ਜਾਹੋ ਮਾਨ ਸਿੰਘ ਜੈ ਮਮਲੋਕਾ, ਬਸੋ ਸਦਾ ਕਬ ਨਹਿ ਤੈ ਸ਼ੋਕ। ਜਾ ਮਹਾਸਿਆ ਜਾ, ਫਿਰ ਮੇਰੇ ਦੇਸ਼ ਵੱਲ ਜਾ, ਬਾਪੂ ਗੁਰੂ ਤੇਗ ਬਹਾਦਰ ਦੇ ਕੋਲ ਜਾ। ਹੁਣ ਤੂੰ ਬਾਬੇ ਨਾਨਕ ਦੇ ਚਰਨਾਂ ਵਿੱਚ ਵਸੇਗਾ ਹਮੇਸ਼ਾ। ਏ ਕਰ ਪ੍ਰਾਨ ਕੀਨ ਉਪਕਾਰ, ਤਿਸ ਕੋ ਫਲ ਤੋਏ ਭਇਓ ਪਾਰ। ਜਿਹੜਾ ਤੂੰ ਇੱਥੇ ਜੀਵਨ ਦਾਨ ਲਾਇਆ, ਜਾਨ ਲਾ ਦਿੱਤੀ ਹੈ, ਆਪਣੇ ਸਾਥੀਆਂ ਨੂੰ ਲੈ ਕੇ ਜੰਗ ਜਿੱਤਿਆ ਹੈ ਆਪਾਂ ਦੁਆਰਾ, ਔਰ ਜਿਹੜਾ ਤੂੰ ਜਾਂਦੇ ਜਾਂਦੇ ਪਰਉਪਕਾਰ ਮਾਝੇ ਵਾਲਿਆਂ ਤੇ ਕਰ ਗਿਆ, ਕੋਈ ਨਹੀਂ ਭੁਲਾਵੇਗਾ, ਤੈਨੂੰ ਯਾਦ ਕਰਨਗੇ। ਸਤਿਗੁਰ ਬਚਨ ਹੋਤ ਬਾਜਬੈ, ਮਹਾ ਸਿੰਘ ਤਬ ਤਿਆਗੋ ਤਬੈ। ਬਸ ਪ੍ਰੀਤਮ ਦੇ ਵੇਖਦਿਆਂ ਮਹਾ ਸਿੰਘ ਜੀ ਨੇ ਪ੍ਰਾਣ ਛੱਡ ਦਿੱਤੇ ਸਰੀਰ ਵਿੱਚੋਂ ਤੇ ਗੁਰੂ ਵਿੱਚ ਇੱਕ ਮਿੱਕ ਹੋ ਗਏ ਐ। ਪ੍ਰਭ ਬਿਖੇ ਤੁਤ ਝਾੜ ਉਜਾੜ, ਬੋਲੇ ਸ੍ਰੀ ਮੁਖ ਸੁਨੋ ਬਿਰਾੜ। ਵਿਚਾਰਾਂ ਇੱਥੇ ਰੁਕਦੇ ਹਾਂ। ਉਸ ਤੋਂ ਬਾਅਦ ਸਤਿਗੁਰਾਂ ਨੇ ਬਰਾੜਾਂ ਦੀ ਫੌਜ ਨੂੰ ਕਿਹਾ ਕਿ ਲਓ ਵੀ ਹੁਣ ਸਾਰੇ ਸੂਰਮਿਆਂ ਨੂੰ ਇਕੱਠੇ ਕਰੋ, ਆਪਾਂ ਇਹਨਾਂ ਦੇ ਸਰੀਰ ਰੁਲ ਨਹੀਂ ਦੇਣੇ, ਇਹਨਾਂ ਨੂੰ ਸੰਭਾਲੀਏ। ਫਿਰ ਕਿਸ ਤਰ੍ਹਾਂ ਉਹਨਾਂ ਸਾਰੇ ਯੋਧਿਆਂ ਨੂੰ ਭਾਈ ਮਹਾ ਸਿੰਘ ਦੇ ਸਮੇਤ ਇਕੱਠੇ ਕਰਦੇ ਆ ਤੇ ਫਿਰ ਉੱਥੋਂ ਹੀ ਸਤਿਗੁਰਾਂ ਨੂੰ ਮਾਤਾ ਭਾਗ ਕੌਰ ਵੀ ਮਿਲਦੇ ਆ, ਜੋ ਥੋੜੇ ਜ਼ਖਮੀ ਹੋਏ ਆ, ਜਿਨ੍ਹਾਂ ਨੇ ਸਾਂਗ ਦੇ ਨਾਲ ਲੜਾਈ ਕੀਤੀ ਹੈ ਦੁਸ਼ਟਾਂ ਦੇ ਨਾਲ, ਔਰ ਲੋਹੇ ਦੇ ਚਣੇ ਚਵਾਏ ਆ ਇਹਨਾਂ ਫੌਜਾਂ ਨੂੰ, ਔਰ ਉਹ ਲਸ਼ਕਰ ਜਿਹੜਾ ਪੁੱਠਾ ਮੁੜ ਗਿਆ। ਤੇ ਪਾਤਸ਼ਾਹ ਜੀ ਦੇ ਸਿੰਘਾਂ ਨੇ ਰਲ ਕੇ ਫਿਰ ਸਾਰੇ ਸਿੰਘਾਂ ਦੇ ਸਰੀਰ ਇਕੱਠੇ ਕੀਤੇ, ਔਰ ਖਿਦਰਾਣੇ ਦੀ ਢਾਬ ਦੇ ਕਿਨਾਰੇ ਦੇ ਉੱਤੇ ਗੁਰੂ ਪਿਆਰਿਓ ਉਹਨਾਂ ਸਿੰਘਾਂ ਦਾ ਜਿਹੜਾ ਹੈ ਸੰਸਕਾਰ ਕੀਤਾ, ਔਰ ਉਸ ਢਾਬ ਨੂੰ ਵੀ ਵਰ ਦੇ ਦਿੱਤੇ ਕਿ ਜਿਹੜਾ ਇੱਥੇ ਆ ਕੇ ਇਸ਼ਨਾਨ ਕਰੇਗਾ ਉਸ ਨੂੰ ਮੁਕਤੀ ਦਾ ਫਲ ਪ੍ਰਾਪਤ ਹੋਵੇਗਾ। ਸਤਿਗੁਰਾਂ ਨੇ ਦੱਸਦੇ ਆ, ਇਹ ਵੀ ਕਿਹਾ ਹਿਰਦੇ ਤੋਂ ਹਿਰਦੇ ਤੱਕ ਸੁਣਦੇ ਆ ਕਿ ਜਿਹੜਾ ਇਹਨਾਂ ਦਿਨਾਂ ਦੇ ਵਿੱਚ 40 ਦਿਨ 40 ਮੁਕਤਿਆਂ ਦੀ ਯਾਦ ਵਿੱਚ
ਗੁਰੂ ਘਰ ਜਾ ਕੇ ਦਰਸ਼ਨ ਕਰੇਗਾ, ਨਮਸਕਾਰ ਕਰੇਗਾ, ਮੱਥਾ ਟੇਕੇਗਾ, ਉਹਦੀਆਂ ਵੀ ਮੂੰਹੋਂ ਮੰਗੀਆਂ ਮੁਰਾਦਾਂ ਪੂਰੀਆਂ ਹੋਣਗੀਆਂ। ਗੁਰੂ ਕਿਰਪਾ ਕਰਨ ਖਰੇ ਤਾਂ ਹਮੇਸ਼ਾ ਹੀ ਬਖਸ਼ੀ ਜਾਂਦੇ ਆ, ਪਰ ਇਹ ਚੀਜ਼ਾਂ ਵੀ ਬਣੀਆਂ ਜਿਸ ਦੇ ਨਾਲ ਸਾਡੇ ਵਿੱਚ ਉਤਸ਼ਾਹ ਪੈਦਾ ਹੁੰਦਾ ਹੈ, ਬੱਚਿਆਂ ਵਿੱਚ ਉਤਸ਼ਾਹ ਪੈਦਾ ਹੁੰਦਾ ਹੈ। ਸੋ ਉਹਨਾਂ ਮੁਕਤਿਆਂ ਨੂੰ ਆਪਾਂ ਯਾਦ ਕਰਾਂਗੇ ਆਉਣ ਵਾਲੇ ਸਮੇਂ ਵਿੱਚ। ਮਾਘੀ ਦੇ ਦਿਹਾੜੇ ਤੋਂ ਬਾਅਦ ਆਪਾਂ ਉਹ ਦਿਹਾੜਾ ਮਨਾਉਣੇ ਆ। ਸੋ ਖੈਰ ਵਿਚਾਰਾਂ ਇੱਥੇ ਰੁਕਦੇ ਆ, ਬੋਲਦਿਆਂ ਨੇ ਇੱਕ ਆਖਰ ਬਾਤ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अविनाश हे पूरन हे सर्व मैं जन गुण दास हे संगी हे निरंकार हे निर्गुण सब टेक हे गोबिंद हे गुण निधान जाहि सदा विवेक हे अपरंपर हर हरे हो बनहार हे संत कै सदा संग तारा आधार हे ठाकुर हों दासरो गुण गुण नहीं कोई नानक दीजै नाम दान होए बरोए आए प्रभ शरनागति कृपा नित दयाल एक अखर हर मन बसत नानक होत निहाल एक ओंकार सतगुरु प्रसाद सच होए वाहिगुरु जी की फतेह है विनाशन सोए वाहिगुरु जी की फतेह है विनाशन सोए वाहिगुरु जी का खालसा वाहिगुरु जी की फतेह।